ਮੇਰੇ ਮਾਈਂਡ 'ਚ ਪਹਿਲਾ ਥਾਟ ਇਹੀ ਆਇਆ ਸੀ ਕਿ ਮੈਂ ਪਹਿਲੀ ਸਟੋਰੀ ਜੋ ਲਿਖਾਂ ਜਾਂ ਪਹਿਲੀ ਫਿਲਮ ਜੇ ਕਦੇ ਮੈਂ ਕਰਾਂ, ਮੈਂ ਚਾਹੇ ਲਿਖਾਂ, ਡਾਇਰੈਕਟ ਕਰਾਂ, ਕਿਸੇ ਉਹਦੇ 'ਚ ਹੋਵਾਂ, ਤਾਂ ਉਹ ਇਹੀ ਫਿਲਮ ਹੋਵੇ, ਇਹੀ ਸਟੋਰੀ ਹੋਵੇ। ਅਕਸਰ ਸਾਡੇ ਸਿਨੇਮੇ ਦੀ ਇਹ ਡਿਮਾਂਡ ਨਹੀਂ ਹੈਗੀ, ਪ੍ਰੋਡਿਊਸਰਸ ਦੀ ਵੀ, ਐਕਟਰਸ ਦੀ ਵੀ, ਡਾਇਰੈਕਟਰਸ ਦੀ ਵੀ, ਕਿ ਸਾਨੂੰ ਟ੍ਰੈਜਿਕ ਪਾਰਟ ਨਹੀਂ ਚਾਹੀਦਾ ਸਟੋਰੀ 'ਚ। ਦਾਦੂ ਨਾਲ ਮੇਰੀ ਗੱਲ ਹੁੰਦੀ ਸੀ ਕਿ ਕੁਝ ਐਸੀ ਕੋਈ ਸਟੋਰੀ ਹੈ ਕਿ ਜਿਹਨੂੰ ਕਰਨ ਦਾ ਮਜ਼ਾ ਆਵੇ, ਜਿਹੜੀ ਕੁਝ ਡਿਫਰੈਂਟ ਹੋਵੇ, ਜਿਹੜੇ ਕੰਮ ਨੂੰ ਕਰਕੇ ਲੱਗੇ ਕਿ ਅਸੀਂ ਕੁਝ ਕੀਤਾ ਹੈ ਨਾ। ਡਾਇਰੈਕਟਰ ਨੂੰ ਵੀ ਲੱਗੇ ਵੀ ਉਹਨੇ ਕੁਝ ਕੀਤਾ, ਉਹਨਾਂ ਨੇ ਕੁਝ ਕੀਤਾ। ਜਿਹੜੀ ਇਹ ਕਹਾਣੀ ਆ ਕਲੀ ਜੋਟਾ, ਇਹ ਟਾਈਟਲ ਵੀ ਤੁਸੀਂ ਲਿਖਿਆ ਸੀਗਾ? ਕੁਝ ਚੀਜ਼ਾਂ ਤੁਸੀਂ ਇੰਡਸਟਰੀ ਤੋਂ ਵੀ ਸਿੱਖਦੇ ਹੋ, ਐਂਡ ਇਹ ਵਰਡ ਹੈ ਜਿਹੜਾ ਮੈਂ ਇਹ ਤੋਂ ਸਿੱਖਿਆ ਕਿ ਟਾਈਟਲ ਬਹੁਤ ਕੈਚੀ ਹੋਣਾ ਚਾਹੀਦਾ ਹੈ ਨਾ। ਨੀਰੂ ਬਾਜਵਾ ਹੋਰਾਂ ਦਾ ਬਹੁਤ ਲੰਮਾ ਕਰੀਅਰ ਹੋ ਗਿਆ, ਤੇ ਕਦੇ ਕਦੇ ਆ ਕੇ ਮਹਿਸੂਸ ਹੁੰਦਾ ਸੀਗਾ ਕਿ ਇੰਨੇ ਲੰਬੇ ਕਰੀਅਰ ਤੋਂ ਬਾਅਦ ਇਸ ਆਰਟਿਸਟ ਦੇ ਲਈ ਖਾਸ ਤੌਰ ਤੇ ਫਿਲਮਾਂ ਲਿਖੀਆਂ ਜਾਣੀਆਂ ਚਾਹੀਦੀਆਂ ਨੇ ਜਿਹਦੇ ਵਿੱਚ ਉਹਦਾ ਵੱਡਾ ਕਿਰਦਾਰ ਹੋਵੇ। ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਕੁੜੀਆਂ ਦੇ ਕਰੈਕਟਰਸ ਨੂੰ ਕਦੇ ਵੀ ਉਹਨੇ ਸ਼ੇਡਸ ਨਾਲ ਪੇਸ਼ ਨਹੀਂ ਕੀਤਾ ਗਿਆ ਹੈ ਨਾ। ਜਾਂ ਤਾਂ ਉਹ ਵਾਈਫ ਹੈ, ਉਹ ਪ੍ਰੇਮਿਕ ਹੈ ਨਾ, ਮੈਂ ਇਹ ਕਹਿਣ ਲੱਗੀ ਸੀ। ਉਹਨਾਂ ਦੇ ਕੁਝ ਜਿਹੜੇ ਰੋਲਸ ਨੇ ਉਹ ਡਿਫਾਈਨਡ ਨੇ। ਤੁਹਾਨੂੰ ਕਿਉਂ ਲੱਗਿਆ ਵੀ ਇਹ ਕਹਾਣੀ ਜਾਂ ਇਹੋ ਜਿਹੀਆਂ ਕਹਾਣੀਆਂ ਵੀ ਸਕਰੀਨ ਤੇ ਆਉਣੀਆਂ ਜ਼ਰੂਰੀ ਨੇ? ਰੋਮਾਂਸ ਕਦੇ ਵੀ ਅਸੀਂ ਕੁੜੀ ਦੀ ਚੁਆਇਸ ਨਹੀਂ ਦੇਖਿਆ, ਉਹ ਹਮੇਸ਼ਾ ਮੁੰਡੇ ਦੀ ਚੁਆਇਸ ਹੁੰਦਾ ਹੈ ਨਾ, ਕਿ ਮੁੰਡਾ ਪਿਆਰ ਕਰਨਾ ਚਾਹੁੰਦਾ, ਮੁੰਡਾ ਐਕਸਪ੍ਰੈਸ ਕਰਨਾ ਚਾਹੁੰਦਾ ਹੈ ਨਾ। ਤਾਂ ਹਰ ਵਾਰ ਐਵੇਂ ਨਹੀਂ ਹੁੰਦਾ, ਕੁੜੀਆਂ ਦੀ ਲਾਈਫ ਦਾ ਵੀ ਇਹ ਇੰਪੋਰਟੈਂਟ ਪਾਰਟ ਹੈ। ਨੀਰੂ ਮੈਮ ਤੱਕ ਸਟੋਰੀ ਦੀ ਗੱਲ ਹੋਈ ਜਾਂ ਉਹਨਾਂ ਨੂੰ ਵੀ ਇੰਨੀ ਅੱਛੀ ਲੱਗੀ ਕਿ ਉਹਨਾਂ ਨੂੰ ਮਤਲਬ ਬਹੁਤ ਪਸੰਦ ਆਈ, ਤਾਂ ਦੈਨ ਮੈਨੂੰ ਲੱਗਿਆ ਕਿ ਨੀਰੂ ਬਾਜਵਾ ਮੈਮ ਤੋਂ ਬਿਨਾਂ ਹੋਰ ਕੋਈ ਕਰ ਹੀ ਨਹੀਂ ਸਕਦਾ। ਜਿੱਦਾਂ ਸਾਡੇ ਸਪੋਟ ਵਾਲੇ ਹੋ ਗਏ, ਕੈਮਰਾ ਵਾਲੇ ਹੋ ਗਏ, ਮਤਲਬ ਉਹਨਾਂ ਨੂੰ ਮੈਨੂੰ ਲੱਗਦਾ ਫਿਲਮ ਦੇ ਅੱਧ 'ਚ ਜਾ ਕੇ ਪਤਾ ਚੱਲਿਆ ਕਿ ਅੱਛਾ ਇਹ ਰਾਈਟਰ ਹੈ। ਜੇ ਸਰਤਾਜ ਸਰ ਫਿਲਮ 'ਚ ਨੇ, ਤੁਹਾਡੇ ਕੋਲੇ ਇੰਨਾ ਅੱਛਾ ਲਿਰਿਸਿਸਟ ਐਂਡ ਸਿੰਗਰ ਹੈ ਕਿ ਤੁਹਾਨੂੰ ਤਾਂ ਦੇਖਣ ਦੀ ਲੋੜ ਹੀ ਨਹੀਂ ਹੈ ਨਾ ਕਿਤੇ ਹੋਰ। ਫਿਲਮ ਪੂਰੀ ਬਣ ਕੇ ਦੇਖੀ ਜਾਂ ਉਹ ਦੇਖੀ ਤਾਂ ਓਬਵੀਅਸਲੀ ਉਦੋਂ ਜਿਹੜੀ ਮੇਰੀ ਫੀਲਿੰਗ ਸੀ, ਮੈਨੂੰ ਲੱਗਿਆ ਕਿ ਜਿੰਨਾ ਮੈਂ ਲਿਖਿਆ ਸੀ ਉਸ ਤੋਂ ਵੱਧ ਐਗਜ਼ੀਕਿਊਸ਼ਨ 'ਚ ਮੈਨੂੰ ਮਿਲਿਆ। ਸਾਡੇ ਇੱਕ ਟੀਚਰ ਸੀਗੇ, ਉਹਨਾਂ ਦੀ ਗੱਲ ਹਮੇਸ਼ਾ ਮੇਰੇ ਮਾਈਂਡ 'ਚ ਰਹਿੰਦੀ ਸੀ ਕਿ ਜੋ ਚੀਜ਼ ਤੁਹਾਨੂੰ ਪਸੰਦ ਹੈ, ਤੁਸੀਂ ਕਰਨਾ ਚਾਹੁੰਦੇ ਹੋ, ਇੱਕ ਵਾਰ ਉਹਨੂੰ ਆਪਣਾ 100% ਦੇ ਕੇ ਦੇਖੋ। ਬਿਲਕੁਲ। ਤਾਂ ਉਦੋਂ ਮੈਂ ਇਸ ਮੀਡੀਅਮ ਨੂੰ ਆਪਦਾ 100% ਦਿੱਤਾ ਕਿ ਖਾਣ ਪੀਣ ਸੌਣ ਤੋਂ ਬਿਨਾਂ ਮੇਰੇ ਕੋਲ ਸਭ ਕੁਝ ਫਿਲਮ ਸੀ। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੀ ਸੋਸ਼ਲ ਦੀ ਅੱਜ ਬੇਹੱਦ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਹੋਣਗੇ ਹਰਿੰਦਰ ਕੌਰ। ਇਹਨਾਂ ਦੀ ਸ਼ੁਰੂਆਤ ਹੋਈ ਸੀਗੀ ਫਿਲਮ ਦੇ ਗੀਤ ਲਿਖਣ ਦੇ ਨਾਲ, ਤੇ ਹੁਣ ਇਹ ਬਤੌਰ ਫਿਲਮ ਲੇਖਕ ਆਪਣੀ ਪੂਰੀ ਫਿਲਮ ਲੈ ਕੇ ਆ ਰਹੇ ਨੇ, ਕਲੀ ਜੋਟਾ। ਅੱਜ ਦੇ ਹੀ ਦਿਨ ਯਾਨੀ ਕਿ 3 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਈ ਹੈ। ਉਮੀਦ ਹੈ ਕਿ ਤੁਸੀਂ ਵੇਖ ਵੀ ਚੁੱਕੇ ਹੋਵੋਗੇ, ਜਿਨ੍ਹਾਂ ਨੇ ਨਹੀਂ ਦੇਖੀ ਹੈ, ਤੇ ਉਮੀਦ ਕਰਦੇ ਹਾਂ ਇਸ ਗੱਲਬਾਤ ਨੂੰ ਸੁਣਨ ਤੋਂ ਬਾਅਦ ਤੁਸੀਂ ਟਿਕਟਾਂ ਜ਼ਰੂਰ ਬੁੱਕ ਕਰੋਗੇ। ਹਰਿੰਦਰ ਭੈਣ ਹੋਰਾਂ ਦੇ ਗੀਤ ਗੁੱਡੀਆਂ ਪਟੋਲੇ ਦੇ ਵਿੱਚ ਤੁਸੀਂ ਸੁਣਿਆ ਸੀ ਇੱਕ ਗਾਣਾ ਜਿਹੜਾ ਬਹੁਤ ਜ਼ਿਆਦਾ ਮਕਬੂਲ ਹੋਇਆ ਤੇ ਅੱਜ ਤੱਕ ਵੀ ਸਾਰਿਆਂ ਨੂੰ ਬਹੁਤ ਚੰਗਾ ਲੱਗਦਾ, ਹੰਝੂ ਪੂੰਝ ਕੇ ਹੱਸਣ ਦਾ ਦੱਸ ਜਾ ਸਾਨੂੰ ਚੱਜ ਨਹੀਂ ਮਾਏ। ਸੋ ਇਸ ਗੀਤ ਦੇ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਚਰਚਾ ਹੋਈ। ਇਸ ਤੋਂ ਪਹਿਲਾਂ ਪੰਜਾਬ 2016 ਫਿਲਮ ਆਈ ਸੀ, ਤਾਂ ਉਹਦੇ ਵਿੱਚ ਵੀ ਇਹਨਾਂ ਦੇ ਗੀਤ ਸਨ, ਤੇ ਗੁੱਡੀਆਂ ਪਟੋਲੇ ਫਿਲਮ ਦੇ ਵਿੱਚ ਵੀ ਇਹਨਾਂ ਦਾ ਗੀਤ ਸੀ, ਅਤੇ ਇਸ ਤੋਂ ਬਾਅਦ ਮੁੰਡਾ ਹੀ ਚਾਹੀਦਾ ਫਿਲਮ ਦੇ ਵਿੱਚ ਵੀ ਇਹਨਾਂ ਦੇ ਗੀਤ ਸਨ। ਤੇ ਹੁਣ ਇਹਨਾਂ ਦੀ ਫਿਲਮ ਆ ਰਹੀ ਆ, ਅੱਜ ਹੀ ਰਿਲੀਜ਼ ਹੋਈ ਆ, ਕਲੀ ਜੋਟਾ। ਨੀਰੂ ਬਾਜਵਾ, ਸਤਿੰਦਰ ਸਰਤਾਜ, ਮਾਮਿਕਾ ਗੱਬੀ ਹੋਰੀ ਤੁਹਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ। ਹਰਿੰਦਰ ਹੋਰਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਤੁਸੀਂ? ਮੈਂ ਠੀਕ, ਤੁਸੀਂ ਦੱਸੋ? ਵਧੀਆ, ਠੀਕ ਠਾਕ। ਅੱਜ ਫਿਲਮ ਰਿਲੀਜ਼ ਹੋਈ ਆ ਤੁਹਾਡੀ, ਮੁਬਾਰਕਾਂ ਤੁਹਾਨੂੰ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕਿਵੇਂ ਮਹਿਸੂਸ ਹੋ ਰਿਹਾ? ਵੈਸੇ ਇਹ ਸਭ ਤੋਂ ਘਟੀਆ ਕੁਐਸਚਨ ਮੰਨਿਆ ਜਾਂਦਾ, ਪਰ ਫਿਰ ਵੀ ਨਹੀਂ ਠੀਕ ਹੈ, ਕਿਉਂਕਿ ਮੈਨੂੰ ਲੱਗਦਾ ਗੱਲਬਾਤ ਅਸੀਂ ਇਸੇ ਚੀਜ਼ ਤੋਂ ਸ਼ੁਰੂ ਕਰਦੇ ਹਾਂ ਹੈ ਨਾ, ਕਿ ਕਦੇ ਵੀ ਕਿ ਕੋਈ ਕਿਵੇਂ ਆ, ਉਹਦਾ ਹਾਲ ਕਿਵੇਂ ਆ, ਉਹਨੂੰ ਕਿਵੇਂ ਲੱਗ ਰਿਹਾ ਹੈ ਨਾ। ਤਾਂ ਇਹ ਮੇਰੀ ਪਹਿਲੀ ਫਿਲਮ ਹੈ, ਤਾਂ ਮੈਂ ਨਰਵਸ ਵੀ ਹਾਂ, ਐਕਸਾਈਟਿਡ ਵੀ ਹਾਂ, ਮੈਨੂੰ ਖੁਸ਼ੀ ਵੀ ਹੈ ਕਿ ਚਲੋ ਮੇਰੇ ਦੁਆਰਾ ਲਿਖੀ ਕੋਈ ਚੀਜ਼ ਪਰਦੇ 'ਤੇ ਰਿਲੀਜ਼ ਹੋਈ ਹੈ। ਮੈਨੂੰ ਉਸ ਗੱਲ ਦਾ ਮਾਣ ਵੀ ਮਹਿਸੂਸ ਹੁੰਦਾ ਕਿ ਮੈਂ ਇੰਨੀ ਵੱਡੀ ਟੀਮ ਨਾਲ ਜੁੜ ਕੇ ਆਪਣਾ ਫਸਟ ਪ੍ਰੋਜੈਕਟ ਹੈ ਜਿਹੜਾ ਉਹ ਕੀਤਾ। ਤਾਂ ਇਹ ਮਿਕਸਡ ਕਾਈਂਡ ਆਫ ਫੀਲਿੰਗ ਹੈ, ਨਰਵਸਨੈਸ ਵੀ ਹੈ, ਐਕਸਾਈਟਮੈਂਟ ਵੀ ਹੈ, ਫਿਕਰ ਵੀ ਨੇ, ਖੁਸ਼ੀ ਵੀ ਹੈ। ਤੇ ਇਹੀ ਕਹਿ ਸਕਦੀ ਹਾਂ ਮੈਂ ਕਿ ਮੈਂ ਬਸ ਦੇਖ ਰਹੀ ਹਾਂ, ਕਿ ਓਬਜ਼ਰਵ ਕਰ ਰਹੀ ਹਾਂ ਕਿ ਕੰਮ ਕਿਵੇਂ ਜਾਂਦਾ, ਜੋ ਮੈਂ ਕੀਤਾ ਉਹ ਕਿਵੇਂ ਰਿਸੀਵ ਹੁੰਦਾ ਹੈ ਨਾ। ਤਾਂ ਉਹ ਸਭ ਚੀਜ਼ਾਂ ਨੂੰ ਦੇਖ ਰਹੀ ਹਾਂ। ਇਹ ਇੱਕ ਰੀਅਲ ਲਾਈਫ ਸਟੋਰੀ ਹੈ ਨਾ? ਨਹੀਂ, ਇਹ ਰੀਅਲ ਲਾਈਫ ਸਟੋਰੀ ਨਹੀਂ ਹੈ। ਐਕਚੁਅਲੀ ਇਹ ਇੱਕ ਸਿਚੁਏਸ਼ਨ ਤੋਂ ਇੰਸਪਾਇਰਡ ਸਟੋਰੀ ਹੈ। ਹਾਂਜੀ, ਮੈਂ ਕਿਸੇ ਦੀ ਸਿਚੁਏਸ਼ਨ ਦੇਖੀ ਸੀਗੀ,
ਤੇ ਉਹ ਸਿਚੁਏਸ਼ਨ ਜਾਂ ਉਹ ਕੰਡੀਸ਼ਨ ਮੇਰੇ ਮਾਈਂਡ ਦੇ ਵਿੱਚ ਇੰਨਾ ਘਰ ਕਰ ਗਈ ਕਿ ਉਦੋਂ ਹੀ ਮੇਰੇ ਮਾਈਂਡ 'ਚ ਸੀਗਾ ਕਿ ਮੈਂ ਇਸ ਦੀ ਗੱਲ ਕਰਨੀ ਹੈ। ਚਾਹੇ ਮੈਂ ਸਟੋਰੀ ਲਿਖਾਂ ਜਾਂ ਨੌਨ ਫਿਕਸ਼ਨ ਕੋਈ ਪੀਸ ਲਿਖਾਂ। ਉਦੋਂ ਫਿਲਮ ਦੀ ਸਟੋਰੀ ਮੇਰੇ ਮਾਈਂਡ 'ਚ ਨਹੀਂ ਸੀ ਕਿ ਮੈਂ ਇਹਨੂੰ ਫਿਲਮ ਸਟੋਰੀ ਲਿਖਾਂ, ਤਾਂ ਮੈਨੂੰ ਇੱਕ ਸਟੋਰੀ ਵਾਂਗ ਲਿਖਿਆ ਹੋਇਆ ਸੀ। ਮੇਰੇ ਬਹੁਤ ਸਾਰੇ ਦੋਸਤਾਂ ਨਾਲ ਮੈਂ ਸ਼ੇਅਰ ਵੀ ਕੀਤਾ ਹੋਇਆ ਸੀ। ਅਤੇ ਉਸ ਤੋਂ ਬਾਅਦ ਮੈਂ ਜਦੋਂ ਐਮਫਿਲ ਕਰਨ ਲੱਗੀ ਤਾਂ ਉਹਦੇ 'ਚ ਮੇਰੀ ਡੈਜ਼ਰਟੇਸ਼ਨ ਹੈ ਜਿਹੜੀ ਉਹ ਫਿਲਮਸ 'ਤੇ ਹੀ ਸੀਗੀ। ਮੈਂ ਉਸ ਮੀਡੀਅਮ ਨੂੰ ਬਹੁਤ ਬਰੀਕੀ ਨਾਲ ਜਾਣਿਆ, ਫਿਲਮ ਮੀਡੀਅਮ ਨੂੰ, ਉਹਦੇ ਬਾਰੇ ਪੜ੍ਹਿਆ। ਮੈਨੂੰ ਸ਼ੁਰੂ ਤੋਂ ਇੰਟਰਸਟ ਸੀਗਾ ਕ੍ਰੀਏਟਿਵ ਰਾਈਟਿੰਗ 'ਚ ਜਾਂ ਮੈਂ ਲਿਖਦੀ ਸੀ, ਬਟ ਫਿਲਮਸ ਮੇਰਾ ਪੈਸ਼ਨ ਸੀਗੀਆਂ। ਬਟ ਉਹਨੂੰ ਐਜ਼ ਏ ਪ੍ਰੋਫੈਸ਼ਨ ਚੂਜ਼ ਕਰਨ ਦਾ ਜਾਂ ਉਸ ਪੈਸ਼ਨ ਨੂੰ ਫਿਗਰ ਆਊਟ ਕਰਨ ਦਾ ਮੈਨੂੰ ਮਤਲਬ ਇੱਕਦਮ ਨਾਲ ਮੌਕਾ ਨਹੀਂ ਮਿਲਿਆ ਜਾਂ ਕੁਛ ਵੀ। ਮੈਂ ਹੌਲੀ ਹੌਲੀ ਉਹਨੂੰ ਉਹ ਕੀਤਾ ਕਿ ਕਿਤੇ ਇਕੱਲਾ ਫਤੂਰ ਤਾਂ ਹੀ ਨਹੀਂ ਹੈਗਾ ਕਿ ਜਦੋਂ ਰੀਅਲ 'ਚ ਤੁਸੀਂ ਕਰਨ ਲੱਗੋ ਤਾਂ ਤੁਹਾਨੂੰ ਪਤਾ ਚੱਲਦਾ ਕਿ ਚੀਜ਼ਾਂ ਕਿੰਨੀਆਂ ਔਖੀਆਂ ਨੇ, ਹੈ ਨਾ। ਤਾਂ ਫਿਰ ਮੇਰੇ ਮਾਈਂਡ 'ਚ ਪਹਿਲਾ ਥਾਟ ਇਹੀ ਆਇਆ ਸੀ ਕਿ ਮੈਂ ਪਹਿਲੀ ਸਟੋਰੀ ਜੋ ਲਿਖਾਂ ਜਾਂ ਪਹਿਲੀ ਫਿਲਮ ਜੇ ਕਦੇ ਮੈਂ ਕਰਾਂ, ਮੈਂ ਚਾਹੇ ਲਿਖਾਂ, ਡਾਇਰੈਕਟ ਕਰਾਂ, ਕਿਸੇ ਉਹਦੇ 'ਚ ਹੋਵਾਂ, ਤਾਂ ਉਹ ਇਹੀ ਫਿਲਮ ਹੋਵੇ, ਇਹੀ ਸਟੋਰੀ ਹੋਵੇ। ਅੱਛਾ। ਤਾਂ ਉਦੋਂ ਮੇਰੇ ਮਾਈਂਡ 'ਚ ਆਇਆ ਸੀ ਕਿ ਮੈਂ ਉਹਨੂੰ ਐਜ਼ ਏ ਫਿਲਮ ਸਕ੍ਰਿਪਟ ਲਿਖੂੰਗੀ। ਤਾਂ ਫਿਰ ਉਹ ਸਿਚੁਏਸ਼ਨ 'ਤੇ ਜੋ ਵੀ ਚੀਜ਼ਾਂ ਮੇਰੇ ਮਾਈਂਡ 'ਚ ਸੀਗੀਆਂ ਉਹ 3-4 ਸਾਲ ਮੇਰੇ ਮਾਈਂਡ 'ਚ ਰਹੀਆਂ, ਐਂਡ ਦੈਨ ਫਿਰ ਮੈਂ ਉਹਨੂੰ ਐਜ਼ ਏ ਸਕ੍ਰਿਪਟ ਲਿਖਿਆ। ਅਤੇ ਤੁਹਾਨੂੰ ਇਹ ਯਕੀਨ ਸੀਗਾ ਕਿ ਇਹ ਜਿਹੜੀ ਕਹਾਣੀ ਆ ਉਹ ਸਿਨੇਮੇ ਦਾ ਹਿੱਸਾ ਬਣ ਸਕਦੀ ਆ? ਕਿਉਂਕਿ ਅਸੀਂ ਜਿਵੇਂ ਹੁਣ ਆਪਾਂ ਕਲੀ ਜੋਟਾ ਦਾ ਟ੍ਰੇਲਰ ਵੀ ਜਦੋਂ ਦੇਖਿਆ ਸੀਗਾ ਤਾਂ ਇੱਕ ਹੋਰ ਮੂਡ ਦੇ ਨਾਲ ਸ਼ੁਰੂ ਹੁੰਦਾ ਅਤੇ ਟ੍ਰੈਜਿਕ ਮੂਡ ਦੇ ਨਾਲ ਉਹ ਟ੍ਰੇਲਰ ਖਤਮ ਹੁੰਦਾ ਆ। ਹਾਂਜੀ। ਅਤੇ ਅਕਸਰ ਸਾਡੇ ਸਿਨੇਮੇ ਦੀ ਇਹ ਡਿਮਾਂਡ ਨਹੀਂ ਹੈਗੀ, ਪ੍ਰੋਡਿਊਸਰਸ ਦੀ ਵੀ, ਐਕਟਰਸ ਦੀ ਵੀ, ਡਾਇਰੈਕਟਰਸ ਦੀ ਵੀ, ਕਿ ਸਾਨੂੰ ਟ੍ਰੈਜਿਕ ਪਾਰਟ ਨਹੀਂ ਚਾਹੀਦਾ ਸਟੋਰੀ 'ਚ। ਜੇ ਹੁੰਦਾ ਵੀ ਆ ਤਾਂ ਉਹਨੂੰ ਆਪਾਂ ਜਾਂ ਤਾਂ ਟ੍ਰੇਲਰ 'ਚ ਨਹੀਂ ਦਿਖਾਉਂਦੇ, ਜਾਂ ਫਿਰ ਜਦੋਂ ਆਪਾਂ ਫਿਲਮ ਪ੍ਰਮੋਟ ਕਰ ਰਹੇ ਹੁੰਦੇ ਆਪਾਂ ਕਹਿੰਦੇ ਹਾਂ ਕਿ ਇਹ ਕੋਈ ਸੈਡ ਸਟੋਰੀ ਨਹੀਂ ਹੈਗੀ, ਇਹ 'ਚ ਤੁਹਾਨੂੰ ਬਹੁਤ ਸਾਰਾ ਐਂਟਰਟੇਨਮੈਂਟ ਮਿਲੂਗਾ। ਹਾਂਜੀ ਹਾਂਜੀ, ਨਹੀਂ ਬਿਲਕੁਲ ਇਹ ਖਿਆਲ ਮੇਰੇ ਮਾਈਂਡ 'ਚ ਸੀਗਾ ਅਤੇ ਮੈਂ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਇਹ ਫਿਲਮ ਬਣ ਸਕੂਗੀ। ਹਾਂ, ਮੇਰੇ ਮਾਈਂਡ 'ਚ ਜ਼ਰੂਰ ਸੀਗਾ ਕਿ ਕਦੇ ਮੈਨੂੰ ਮੌਕਾ ਮਿਲੂਗਾ, ਚਾਹੇ ਮੈਂ ਇਹਨੂੰ ਸ਼ਾਰਟ ਫਿਲਮ ਬਣਾਵਾਂ ਜਾਂ ਕੁਛ ਵੀ ਕਰਾਂ, ਬਸ ਮੇਰੇ ਮਾਈਂਡ 'ਚ ਮੇਰੀ ਇਮੈਜੀਨੇਸ਼ਨ ਇੱਦਾਂ ਸੀਗੀ ਕਿ ਮੈਂ ਇਹਨੂੰ ਫਿਲਮ ਹੀ ਬਣਾਉਂਗੀ। ਬਟ ਇਹ ਮਾਈਂਡ 'ਚ ਕਦੇ ਨਹੀਂ ਆਇਆ ਸੀ ਕਿ ਇਹ ਇਸ ਤਰੀਕੇ ਨਾਲ ਮੇਨ ਸਟਰੀਮ ਸਿਨੇਮਾ ਦੀ ਫਿਲਮ ਬਣ ਜੂਗੀ ਜਾਂ ਕੁਛ। ਕਿਉਂਕਿ ਔਰ ਮੈਂ ਟਰਾਈ ਵੀ ਨਹੀਂ ਕੀਤਾ, ਮੈਂ ਕਦੇ ਕਿਸੇ ਨੂੰ ਸੁਣਾਈ ਵੀ ਨਹੀਂ ਉਹ ਸਟੋਰੀ, ਕਿਉਂਕਿ ਹੁੰਦਾ ਨਾ ਕਿ ਪ੍ਰੀ ਨੋਸ਼ਨ ਜਿੱਦਾਂ ਦਾ ਇੱਕ ਸਿਨੇਮਾ ਚੱਲ ਰਿਹਾ ਆਪਣੇ 'ਚ, ਜਿੱਦਾਂ ਦੇ ਲੋਕ ਕੰਮ ਕਰ ਰਹੇ ਆ, ਜਿੱਦਾਂ ਦੀਆਂ ਸਟੋਰੀਜ਼ ਕੰਮ ਹੋ ਰਹੀਆਂ ਨੇ, ਤਾਂ ਤੁਹਾਨੂੰ ਲੱਗਦਾ ਕਿ ਮੇ ਬੀ ਇਸ ਚੀਜ਼ ਨੂੰ ਸਪੇਸ ਨਹੀਂ ਮਿਲੂਗੀ, ਹੈ ਨਾ। ਤਾਂ ਤੁਸੀਂ ਐਫਰਟ ਵੀ ਨਹੀਂ ਕਰਦੇ, ਤੁਸੀਂ ਜਸਟ ਵੇਟ ਕਰਦੇ ਹੋ। ਤਾਂ ਮੈਂ ਜਸਟ ਆਪਦੇ ਕੰਮ 'ਤੇ ਮਿਹਨਤ ਕਰਦੀ ਰਹੀ, ਜਾਂ ਮੈਨੂੰ ਲੱਗਦਾ ਸੀ ਕਿ ਇੱਕ ਨਾ ਇੱਕ ਦਿਨ ਇਹ ਜ਼ਰੂਰ ਹੋਊਗੀ। ਮੈਨੂੰ ਵਿਸ਼ਵਾਸ ਸੀਗਾ, ਪਤਾ ਨਹੀਂ ਕਿਸ ਚੀਜ਼ ਕਰਕੇ ਸੀਗਾ, ਹਾਲਾਂਕਿ ਮੇਰੇ ਆਲੇ ਦੁਆਲੇ ਕੋਈ ਰਿਸੋਰਸਿਸ ਵੀ ਨਹੀਂ ਸੀਗੇ, ਇੰਡਸਟਰੀ ਨਾਲ ਰਿਲੇਟਡ ਲੋਕ ਵੀ ਨਹੀਂ ਸੀਗੇ, ਬਟ ਫਿਰ ਵੀ ਮੈਨੂੰ ਇਹ ਲੱਗਦਾ ਸੀ ਕਿ ਜਦੋਂ ਵੀ ਕਦੇ ਮੈਨੂੰ ਥੋੜਾ ਜਿਹਾ ਵੀ ਚਾਂਸ ਮਿਲਿਆ ਮੈਂ ਇਹ ਸਟੋਰੀ ਬਣਾਉਂਗੀ, ਹੈ ਨਾ। ਐਂਡ ਦੈਨ ਜਦੋਂ ਮੈਂ ਦਾਦੂ ਹੋਰਾਂ ਦੀ ਫਿਲਮ 'ਚ ਗੀਤ ਆਏ ਗੁੱਡੀਆਂ ਪਟੋਲੇ 'ਚ, ਤਾਂ ਹੈ ਨਾ ਦਾਦੂ ਨਾਲ ਮੇਰਾ ਕਮਿਊਨੀਕੇਸ਼ਨ ਹੋਇਆ, ਤਾਂ ਮੈਨੂੰ ਪਤਾ ਚੱਲਿਆ ਕਿ ਉਹ ਕਿੰਨੇ ਸਿੰਸੀਅਰ ਐਂਡ ਸੈਂਸੀਬਲ ਡਾਇਰੈਕਟਰ ਨੇ। ਬਿਲਕੁਲ। ਹੈ ਉਹਨਾਂ ਨਾਲ ਗੱਲਬਾਤ ਕਰਕੇ ਮੈਨੂੰ ਪਤਾ ਚੱਲਿਆ। ਈਵਨ ਗੁੱਡੀਆਂ ਪਟੋਲੇ ਫਿਲਮ ਜਦੋਂ ਮੈਂ ਦੇਖੀ ਉਦੋਂ ਵੀ ਤੁਹਾਨੂੰ ਪਤਾ ਚੱਲਦਾ, ਔਰ ਉਹਨਾਂ ਨੇ ਮੈਨੂੰ ਮੇਰੇ ਲਿਰਿਕਸ ਲਈ ਇੰਨਾ ਕੁ ਜ਼ਿਆਦਾ ਐਪਰੀਸ਼ੀਏਟ ਕੀਤਾ ਸੀ, ਇੰਨਾ ਕੁ ਮੈਨੂੰ ਮਤਲਬ ਉਹਨਾਂ ਨੇ ਕਿਉਂਕਿ ਮੈਂ ਤਾਂ ਓਬਵੀਅਸਲੀ ਨਰਵਸ ਸੀਗੀ ਕਿ ਉਹਨਾਂ ਤੱਕ ਮੇਰੇ ਲਿਰਿਕਸ ਪਹੁੰਚੇ ਐਂਡ ਉਹਨਾਂ ਨੇ ਸਿਲੈਕਟ ਕੀਤੇ। ਉਹਨਾਂ ਦਾ ਕਾਰਨ ਸਿਰਫ ਇੱਕ ਹੀ ਸੀਗਾ ਕਿ ਉਹ ਡਿਫਰੈਂਟ ਨੇ। ਬਿਲਕੁਲ। ਔਰ ਉਹ ਕਮਰਸ਼ੀਅਲ ਨਹੀਂ ਪਤਾ ਹੈਗਾ, ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਕਿਵੇਂ ਨੇ ਜਾਂ ਕਿਵੇਂ ਨਹੀਂ ਹੈਗੇ, ਬਟ ਉਹ ਸਿਚੁਏਸ਼ਨਲ ਸੌਂਗਸ ਨੇ। ਔਰ ਫਿਲਮਸ ਦੇ ਵਿੱਚ ਸਿਚੁਏਸ਼ਨਲ ਸੌਂਗ ਹੋਣੇ ਚਾਹੀਦੇ ਆ, ਜਸਟ ਮੇਅਰ ਡਾਂਸ ਨੰਬਰ ਜਾਂ ਰੋਮਾਂਟਿਕ ਹੀ ਨਹੀਂ, ਕੁਛ ਸਿਚੁਏਸ਼ਨਲ ਸੌਂਗਸ ਵੀ ਹੁੰਦੇ ਆ, ਹੈ ਨਾ। ਤਾਂ ਉਦੋਂ ਉਹਨਾਂ ਦੀ ਉਸ ਐਪਰੀਸੀਏਸ਼ਨ ਨੇ ਮੈਨੂੰ ਥੋੜ੍ਹਾ ਕੌਨਫੀਡੈਂਸ ਦਿੱਤਾ ਕਿ ਠੀਕ ਹੈ, ਮੈਂ ਠੀਕ ਲਿਖ ਰਹੀ ਹਾਂ, ਮਤਲਬ ਜਾਂ ਮੈਂ ਕਰ ਸਕਦੀ ਹਾਂ, ਹੈ ਨਾ। ਦੈਨ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਸੀ ਤਾਂ ਉਹਨਾਂ ਨੂੰ ਬਿਲੀਵ ਸੀਗਾ ਕਿ ਮੈਂ ਸਕ੍ਰਿਪਟ ਬਹੁਤ ਅੱਛੀ ਲਿਖ ਸਕਦੀ ਹਾਂ, ਕਿ ਤੂੰ ਲਿਖ, ਹੈ ਨਾ। ਤਾਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਥੋੜ੍ਹਾ ਬਹੁਤ ਲਿਖਦੀ ਰਹਿੰਦੀ ਹਾਂ, ਬਟ ਪ੍ਰੋਫੈਸ਼ਨਲੀ ਮੈਂ ਕਦੇ ਕਿਸੇ ਨੂੰ ਸ਼ੇਅਰ ਨਹੀਂ ਕੀਤਾ, ਮੈਂ ਲਿਖ ਕੇ ਨਹੀਂ ਦਿਖਾਇਆ, ਕਿ ਮੈਂ ਆਪਣੀ ਉਹਦੇ 'ਚ ਕਰਦੀ ਰਹਿੰਦੀ ਹਾਂ ਕੰਮ। ਤਾਂ ਫਿਰ ਉਹਨਾਂ ਨੇ ਇੱਕ ਆਈਡੀਆ ਸੀਗਾ, ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤਾ ਨਾ, ਮੈਨੂੰ ਕਹਿੰਦੇ ਚੱਲ ਤੂੰ ਇਹਨੂੰ ਡਿਵੈਲਪ ਕਰ, ਤੈਨੂੰ ਦੇਖਦੇ ਹਾਂ ਕਿ ਕਿੱਦਾਂ ਲੱਗਦਾ। ਮੈਂ ਉਹ ਕੀਤਾ, ਉਹਨਾਂ ਨੂੰ ਬਹੁਤ ਵਧੀਆ ਲੱਗਿਆ, ਹੈ ਨਾ। ਉਹ ਕਹਿੰਦੇ ਵੀ ਤੂੰ ਬਹੁਤ ਵਧੀਆ ਲਿਖਦੀ ਆ, ਵੀ ਤੂੰ ਇਹਨੂੰ ਕੰਪਲੀਟ ਕਰ, ਆਪਾਂ ਬਣਾਉਣੇ ਆ, ਹੈ ਨਾ। ਉਹਦਾ ਪ੍ਰੋਸੈਸ ਥੋੜ੍ਹਾ ਅਸੀਂ ਸ਼ੁਰੂ ਕੀਤਾ ਐਂਡ ਦੈਨ ਲੋਕਡਾਊਨ ਹੋ ਗਿਆ। ਜਦੋਂ ਲੋਕਡਾਊਨ ਹੋਇਆ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਕਿ ਇੱਦਾਂ ਦੀ ਬ੍ਰੇਕ ਸੀਗੀ ਜਿਹਨੇ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕੀਤਾ, ਹੈ ਨਾ। ਸਾਨੂੰ ਇੱਕ ਸਪੇਸ ਦਿੱਤੀ ਕਿ ਜੋ ਵੀ ਅਸੀਂ ਕਰ ਰਹੇ ਹਾਂ, ਸਾਡੇ ਕੰਮ ਨੇ, ਪ੍ਰੋਫੈਸ਼ਨਲ ਕੰਮ ਨੇ, ਸਾਡੀ ਪਰਸਨਲ ਲਾਈਫ ਆ, ਅਸੀਂ ਉਹਨੂੰ
ਅੰਦਰੋਂ ਦੇਖਿਆ ਕਿ ਇਫ ਵੀ ਆਰ ਕੰਫਰਟੇਬਲ ਜੋ ਚੀਜ਼ਾਂ ਅਸੀਂ ਕਰ ਰਹੇ ਹਾਂ ਉਹ ਸਾਡੇ ਅੰਦਰ ਦੀਆਂ ਨੇ ਜਾਂ ਜੋ ਵੀ ਹੈ ਹਨਾ। ਬਿਲਕੁਲ। ਤਾਂ ਉਦੋਂ ਜਿਹੜੀ ਹੈ ਗੱਲ ਸ਼ੁਰੂ ਹੋਈ, ਦਾਦੂ ਨਾਲ ਮੇਰੀ ਗੱਲ ਹੁੰਦੀ ਸੀ ਕਿ ਕੁਛ ਐਸੀ ਕੋਈ ਸਟੋਰੀ ਹੈ ਕਿ ਜਿਹਨੂੰ ਕਰਨ ਦਾ ਮਜ਼ਾ ਆਵੇ, ਜਿਹੜੀ ਕੁਛ ਡਿਫਰੈਂਟ ਹੋਵੇ, ਜਿਹੜੇ ਕੰਮ ਨੂੰ ਕਰਕੇ ਲੱਗੇ ਕਿ ਅਸੀਂ ਕੁਛ ਕੀਤਾ ਹੈ ਨਾ। ਡਾਇਰੈਕਟਰ ਨੂੰ ਵੀ ਲੱਗੇ ਵੀ ਉਹਨੇ ਕੁਝ ਕੀਤਾ, ਉਹਨਾਂ ਨੇ ਕੁਛ ਕੀਤਾ, ਹਾਂਜੀ। ਐਂਡ ਉਹਨਾਂ ਨੇ ਮੈਨੂੰ ਕਿਹਾ ਐਂਡ ਮੈਂ ਕਿਹਾ ਹਾਂਜੀ ਸਟੋਰੀ ਹੈਗੀ ਹੈ ਬਟ ਉਹਦੀ ਮੇਰੇ ਕੋਲੇ 1 ਲਾਈਨ ਹੀ ਹੈ ਹਨਾ। ਅੱਛਾ। ਤਾਂ ਉਹ ਮੈਨੂੰ ਕਹਿੰਦੇ ਅੱਛਾ ਤੂੰ ਆਪਣਾ ਟਾਈਮ ਲੈ ਲੈ ਜਿੰਨਾ ਵੀ ਤੈਨੂੰ ਚਾਹੀਦਾ, ਹਫਤਾ 10 ਦਿਨ ਮਹੀਨਾ ਹਨਾ, ਐਂਡ ਤੂੰ ਮੈਨੂੰ ਥੋੜਾ ਉਹਦਾ ਬਣਾ ਕੇ ਫਿਰ ਮੈਨੂੰ ਭੇਜ। ਅੱਛਾ। ਤੇ ਬਸ ਉਹ ਇੱਕ ਇਹੋ ਜਿਹੀ ਉਹ ਚੀਜ਼ ਸੀਗੀ ਕਿ ਮੈਨੂੰ ਬਸ ਉਹ ਮੌਕਾ ਚਾਹੀਦਾ ਸੀ ਹੈ ਨਾ। ਬਟ ਉਦੋਂ ਤੱਕ ਮੈਂ ਉਸ ਫਿਲਮ 'ਤੇ ਜਾਂ ਇਸ ਸਕ੍ਰਿਪਟ 'ਤੇ ਇੰਨਾ ਕੁ ਮੇਰਾ ਮਨ ਮਤਲਬ ਉਹਦੇ 'ਤੇ ਪ੍ਰੋਸੈਸ ਕਰਦਾ ਰਹਿੰਦਾ ਸੀ। ਮੈਂ ਜਦੋਂ ਵੀ ਹਰ ਟਾਈਮ ਸੋਚਦੀ ਰਹਿੰਦੀ ਸੀ ਉਹਦੇ ਬਾਰੇ। ਐਂਡ ਜਦੋਂ ਲਿਖਣ ਦਾ ਟਾਈਮ ਹੈ ਮੈਂ ਇੰਨੇ ਮਨ ਨਾਲ ਕੀਤਾ। ਇੱਕ ਤਾਂ ਟਾਈਮ ਸੀ, ਕਿਸੇ ਤਰ੍ਹਾਂ ਦੀ ਕੋਈ ਡਿਸਟਰੈਕਸ਼ਨ ਨਹੀਂ ਸੀ ਹੈ ਨਾ। ਮੈਨੂੰ ਅੱਜ ਵੀ ਪਤਾ ਹੈ ਕਿ ਮੈਂ ਇੰਨੇ ਜੋਸ਼ ਨਾਲ ਉਹਨੂੰ ਲਿਖਣਾ ਸ਼ੁਰੂ ਕੀਤਾ ਐਂਡ ਦੈਨ ਮੈਨੂੰ ਸ਼ੇਅਰ ਕਰਨ ਦਾ ਇਹ ਸੀਗਾ ਕਿ ਹਾਂ ਮੈਂ ਹੁਣ ਦਾਦੂ ਨੂੰ ਛੇਤੀ ਭੇਜਾਂ। ਜਦੋਂ ਮੈਂ ਭੇਜਤੀ ਫਿਰ ਮੈਂ ਨਰਵਸ ਹੋ ਗਈ ਕਿ ਪਤਾ ਨਹੀਂ ਉਹਨਾਂ ਨੂੰ ਠੀਕ ਲੱਗੂਗੀ ਨਹੀਂ ਲੱਗੂਗੀ, ਬਟ ਮੈਨੂੰ ਖੁਸ਼ੀ ਹੋਈ ਕਿ ਚਲੋ ਮੈਂ ਜੋ ਚੀਜ਼ ਸੋਚਦੀ ਸੀ ਉਹਨੂੰ ਐਟਲੀਸਟ ਸੁਣਨ ਦਾ ਮੌਕਾ ਮਿਲਿਆ ਕਿ ਮੈਂ ਸੁਣਾ ਸਕਾਂ ਹੈ ਨਾ। ਜਦੋਂ ਮੈਂ ਉਹਨਾਂ ਨੂੰ ਸੁਣਾਇਆ ਮਤਲਬ 2 ਦਿਨ ਦਾਦੂ ਦੀ ਮੈਨੂੰ ਕਾਲ ਨਹੀਂ ਆਈ ਐਂਡ ਮੈਨੂੰ ਲੱਗਿਆ ਉਹਨੂੰ ਨਹੀਂ ਠੀਕ ਲੱਗੀ ਹੋਣੀ ਹੈ ਜਾਂ ਕੁਛ ਨਹੀਂ ਚੱਲਦਾ। ਮੈਂ ਆਪਣੇ ਮਾਈਂਡ 'ਚ ਹੀ ਸੋਚ ਰਹੀ ਸੀ ਨਾ, ਮੈਂ ਥੋੜੀ ਜਿਹੀ ਲੋ ਹੋ ਗਈ। ਫਿਰ ਮੈਂ ਕਿਹਾ ਚਲੋ ਠੀਕ ਹੈ, ਮੈਨੂੰ ਅਸੈਸਮੈਂਟ ਤਾਂ ਮਿਲੂਗੀ ਨਾ ਐਟਲੀਸਟ ਕਿ ਉਹ ਮੈਨੂੰ ਸਹੀ ਅਸੈਸ ਕਰਕੇ ਦੱਸਣਗੇ ਕਿ ਹਰਿੰਦਰ ਇਹ ਠੀਕ ਹੈ ਨਹੀਂ ਠੀਕ, ਚਲੋ ਮੈਂ ਉਸ ਤੋਂ ਬਾਅਦ ਉਹਨੂੰ ਠੀਕ ਕਰੂੰਗੀ ਹੈ ਨਾ। ਦੈਨ ਦਾਦੂ ਦਾ ਜਦੋਂ ਕਾਲ ਆਈ ਮੈਨੂੰ ਐਂਡ ਉਹ ਇੰਨੇ ਖੁਸ਼ ਸੀਗੇ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਜਿਵੇਂ ਵੀ ਚਾਹਾਂ ਇਸ ਸਟੋਰੀ ਦਾ ਪਾਰਟ ਬਣਨਾ ਚਾਹੂੰਗਾ ਕਿ ਇੰਨੀ ਵਧੀਆ ਸਟੋਰੀ ਹੈ, ਚਾਹੇ ਮੈਂ ਇਹਨੂੰ ਪ੍ਰੋਡਿਊਸ ਕਰਾਂ, ਡਾਇਰੈਕਟ ਕਰਾਂ ਜਾਂ ਕਿਸੇ ਵੀ ਤਰੀਕੇ ਨਾਲ ਇਹਨੂੰ ਬਣਨ 'ਚ ਹੈਲਪ ਕਰ ਸਕਾਂ, ਮਤਲਬ ਮੈਂ ਇਹਦਾ ਪਾਰਟ ਬਣਨਾ ਚਾਹੂੰਗਾ। ਐਂਡ ਉਹ ਵਰਡ ਮੈਨੂੰ ਅੱਜ ਵੀ ਯਾਦ ਹਨ, ਮੇਰੇ ਲਈ ਬਹੁਤ ਮਾਇਨੇ ਰੱਖਦੇ ਆ। ਤਾਂ ਉਸ ਚੀਜ਼ ਨੇ ਮੈਨੂੰ ਲੱਗਿਆ ਕਿ ਆਈ ਵਿਲ ਗਿਵ ਮਾਈ 200%। ਤਾਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਇਹਨੂੰ ਪ੍ਰੋਪਰਲੀ ਲਿਖ, ਆਪਾਂ ਇਹਨੂੰ ਹੀ ਬਣਾਵਾਂਗੇ ਸਭ ਤੋਂ ਪਹਿਲਾਂ ਹੈ ਨਾ। ਤਾਂ ਉਸ ਚੀਜ਼ ਨੇ ਫਿਰ ਮੈਨੂੰ ਮਤਲਬ ਬਹੁਤ ਕੌਨਫੀਡੈਂਸ ਦਿੱਤਾ। ਫਿਰ ਮਤਲਬ ਜੋ ਪਹਿਲੀ ਸਟੋਰੀ ਮੈਂ ਸੋਚੀ ਸੀ ਫਾਈਨਲੀ ਮੈਂ ਉਸੇ ਨਾਲ ਸ਼ੁਰੂਆਤ ਕੀਤੀ। ਬਹੁਤ ਮੁਬਾਰਕਾਂ। ਥੈਂਕ ਯੂ। ਇਹ ਜਿਹੜੀ ਤੁਸੀਂ ਸਕ੍ਰਿਪਟ ਲਿਖਦੇ ਹੋ ਇਹ ਤੁਸੀਂ ਗੁਰਮੁਖੀ 'ਚ ਲਿਖਦੇ ਹੋ ਜਾਂ ਫਿਰ ਤੁਸੀਂ ਰੋਮਨ 'ਚ ਲਿਖਦੇ ਹੋ? ਰੋਮਨਸ 'ਚ ਲਿਖਦੇ ਹਾਂ ਬਟ ਡਾਇਲੋਗ ਪੰਜਾਬੀ 'ਚ ਵੀ ਲਿਖਦੇ ਹਾਂ, ਰੋਮਨ 'ਚ ਵੀ, ਤਾਂ ਕਿ ਪੜ੍ਹਨ ਵਾਲੇ ਨੂੰ, ਆਪਣੇ ਐਕਟਰਸ ਨੂੰ ਹੈ ਜਿਹੜੀ ਉਹ ਦਿੱਕਤ ਨਾ ਆਵੇ। ਅਦਰਵਾਈਜ਼ ਮੈਂ ਇੰਗਲਿਸ਼ 'ਚ ਲਿਖਦੀ ਹਾਂ। ਅੱਛਾ। ਐਂਡ ਡਾਇਲੋਗ ਹੈ ਜਿਹੜੀ ਉਹ ਰੋਮਨਸ ਐਂਡ ਪੰਜਾਬੀ ਦੋਨਾਂ 'ਚ ਲਿਖਦੇ ਆ। ਹਾਂਜੀ। ਜਿਵੇਂ ਤੁਸੀਂ ਮੁਕਤਸਰ ਨੂੰ ਬਿਲੋਂਗ ਕਰਦੇ ਹੋ ਤਾਂ ਤੁਹਾਡੀ ਸਕ੍ਰਿਪਟ ਦੇ ਵਿੱਚ ਵੈਸੇ ਤਾਂ ਮਾਲਵੇ 'ਚ ਪੈਂਦਾ ਹੈ, ਮੈਂ ਵੀ ਹਾਂ, ਤੁਸੀਂ ਮਾਲਵੇ ਤੋਂ ਹੀ ਆਪਾਂ ਹੈ ਨਾ। ਹਾਂਜੀ। ਫਿਰ ਵੀ ਜਿਵੇਂ ਲੁਧਿਆਣੇ ਦੀ ਬੋਲੀ ਹੋਰ ਆ ਹਾਂਜੀ ਤੇ ਮੁਕਤਸਰ ਵੱਲ ਦੀ ਹੋਰ ਆ, ਜਿਵੇਂ ਤੁਸੀਂ ਕਹਿੰਦੇ ਮੇਰੇ ਮਨ 'ਚ ਸੀਗੀ ਇਹ ਗੱਲ। ਹਾਂਜੀ। ਤੇ ਤੁਹਾਡੀਆਂ ਰਾਈਟਿੰਗਸ ਦੇ ਵਿੱਚ ਵੀ ਹੈਗੀ ਉਹ ਚੀਜ਼? ਬਿਲਕੁਲ ਆਉਂਦੀ ਆ, ਬਟ ਜਦੋਂ ਆਪਾਂ ਸਕ੍ਰਿਪਟ ਲਿਖਦੇ ਹਾਂ ਜਾਂ ਕੋਈ ਵੀ ਚੀਜ਼ ਲਿਖਦੇ ਹਾਂ ਤਾਂ ਉਹਦੀਆਂ ਕੁਛ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ। ਹਰੇਕ ਕੰਮ ਦੀਆਂ ਇੱਕ ਕਰਾਫਟ ਦਾ ਇੱਕ ਸਕਿੱਲ ਹੁੰਦਾ ਹੈ ਨਾ, ਜਿਹਦੇ ਅਸੀਂ ਧਿਆਨ ਰੱਖਦੇ ਹਾਂ ਕਿ ਸਾਡੇ ਕੈਰੈਕਟਰ, ਸਾਡੀ ਸਟੋਰੀ ਸੈੱਟ ਕਿੱਥੇ ਆ। ਤਾਂ ਉਹਦੇ ਹਿਸਾਬ ਨਾਲ ਤੁਹਾਨੂੰ ਉਹ ਲੈਂਗੁਏਜ ਹੈ ਜਿਹੜੀ ਉਹ ਆਪਾਂ ਯੂਜ਼ ਕਰਦੇ ਹਾਂ। ਜੇ ਸਾਡੀ ਸਕ੍ਰਿਪਟ 'ਚ ਅਸੀਂ ਮਾਲਵੇ 'ਚ ਸੈੱਟ ਹੈ ਤੇ ਓਬਵੀਅਸਲੀ ਮੈਂ ਮਾਲਵੇ ਤੋਂ ਆ ਤਾਂ ਉਹਦੇ 'ਚ ਕੋਈ ਦਿੱਕਤ ਨਹੀਂ ਆਊਗੀ ਹੈ ਨਾ। ਤਾਂ ਮੇਰੇ ਕੈਰੈਕਟਰਸ ਐਂਡ ਉਹ ਮੈਂ ਉੱਥੇ ਜੰਮੀ ਪਲੀ ਹਾਂ, ਵੱਡੀ ਹੋਈ ਹਾਂ, ਤਾਂ ਮਤਲਬ ਬੇਸਿਕਲੀ ਮੈਨੂੰ ਲੱਗਦਾ ਜ਼ਿਆਦਾਤਰ ਫਿਲਮਾਂ ਸਾਡੀਆਂ ਮਾਲਵੇ 'ਚ ਸੈੱਟ ਹੁੰਦੀਆਂ ਨੇ ਕਿਉਂਕਿ ਮਲਵਈ ਹੈ ਜਿਹੜੀ ਉਹ ਸਭ ਤੋਂ ਵੱਧ ਬੋਲੀ ਜਾਂਦੀ ਹੈ, ਸਭ ਤੋਂ ਵੱਧ ਅਸੀਂ ਫੈਮੀਲੀਅਰ ਹਾਂ। ਉਹਦੇ ਜਿਹੜੇ ਸ਼ਬਦ ਹੈ ਉਹਨਾਂ 'ਚ ਉਹ ਸਾਰਿਆਂ ਨੂੰ ਸਮਝ ਆਉਂਦੇ। ਉਹਦੇ 'ਚ ਕੁਛ ਉਸ ਤਰੀਕੇ ਦਾ ਡਿਫਰੈਂਸ ਨਹੀਂ ਹੈਗਾ ਜਿਵੇਂ ਕਿ ਮਾਝੇ 'ਚ ਕੁਛ ਸਪੈਸੀਫਿਕ ਵਰਡ ਨੇ ਕੁਝ ਚੀਜ਼ਾਂ ਲਈ ਹੈ ਨਾ। ਤਾਂ ਮਲਵਈ ਮੈਨੂੰ ਲੱਗਦਾ ਸਭ ਨੂੰ ਸਮਝ ਆਉਂਦੀ ਆ। ਤਾਂ ਉਹ ਜੇ ਸਾਡੀ ਲੋਕੈਲਿਟੀ ਦਾ ਕੋਈ ਕੈਰੈਕਟਰ ਜੇ ਮੈਂ ਮਾਝੇ 'ਚ ਸੈੱਟ ਕਰਦੀ ਹਾਂ ਤਾਂ ਓਬਵੀਅਸਲੀ ਫਿਰ ਮੈਨੂੰ ਉਸ ਲੈਂਗੁਏਜ ਦੇ ਉਹਨਾਂ ਤੋਂ ਹੈਲਪ ਲੈਣੀ ਪਊਗੀ। ਮੇਬੀ ਕਿਸੇ ਪ੍ਰੋਫੈਸ਼ਨਲ ਜੋ ਉਸ ਲੈਂਗੁਏਜ ਦਾ, ਉਸ ਲੋਕੈਲਿਟੀ ਦੀ ਲੈਂਗੁਏਜ ਨੂੰ ਉਨੀ ਡੈਪਥ ਨਾਲ ਜਾਣਦਾ ਹੈ ਨਾ, ਉਹਨਾਂ ਦੀ ਹੈਲਪ ਲੈਣੀ ਪਊਗੀ। ਬਟ ਜੇ ਉਹ ਮਾਲਵੇ 'ਚ ਸੈੱਟ ਹੈ ਤਾਂ ਓਬਵੀਅਸਲੀ ਉਹ ਮੇਰੀ ਭਾਸ਼ਾ ਹੈ ਤਾਂ ਫਿਰ ਉਹਦੇ 'ਚ ਮੈਨੂੰ ਦਿੱਕਤ ਨਹੀਂ ਹੈਗੀ। ਜਿਹੜੀ ਇਹ ਕਹਾਣੀ ਆ ਕਲੀ ਜੋਟਾ, ਇਹ ਟਾਈਟਲ ਵੀ ਤੁਸੀਂ ਲਿਖਿਆ ਸੀਗਾ? ਨਹੀਂ, ਇਹ ਟਾਈਟਲ ਮੈਂ ਨਹੀਂ ਲਿਖਿਆ ਸੀਗਾ। ਇਹ ਟਾਈਟਲ ਐਕਚੁਅਲੀ ਦਾਦੂ ਹੋਰਾਂ ਕੋਲ ਸੀ ਪਹਿਲਾਂ। ਤਾਂ ਮੈਂ ਸਕ੍ਰਿਪਟ ਲਿਖ ਰਹੀ ਸੀ ਤਾਂ ਫਿਰ ਅਸੀਂ ਟਾਈਟਲ 'ਤੇ ਜਦੋਂ ਡਿਸਕਸ਼ਨ ਕੀਤੀ ਤਾਂ ਦਾਦੂ ਕਹਿੰਦੇ ਕਿ ਇਹ ਵੀ ਟਾਈਟਲ ਹੈਗਾ, ਆਪਾਂ ਇਹਨੂੰ ਕਰ ਸਕਦੇ ਹਾਂ ਜਾਂਦਾ। ਤਾਂ ਮੈਂ ਕਿਹਾ ਹਾਂਜੀ, ਮਤਲਬ ਮੈਨੂੰ ਬਹੁਤ ਪਸੰਦ ਆਇਆ ਕਿ ਇਹ ਬਹੁਤ ਸੋਹਣਾ ਟਾਈਟਲ ਹੈ। ਹਾਂਜੀ, ਕਿ ਬਿਲਕੁਲ ਆਪਾਂ ਮਤਲਬ ਬਹੁਤ ਕੈਚੀ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਕੁਛ ਚੀਜ਼ਾਂ ਤੁਸੀਂ ਇੰਡਸਟਰੀ ਤੋਂ ਵੀ ਸਿੱਖਦੇ ਹੋ। ਐਂਡ ਇਹ ਵਰਡ ਹੈ ਜਿਹੜਾ ਮੈਂ ਤੋਂ ਸਿੱਖਿਆ ਕਿ ਇਹ ਟਾਈਟਲ ਬਹੁਤ ਕੈਚੀ ਹੋਣਾ ਚਾਹੀਦਾ ਹੈ ਨਾ ਜੋ ਹੈ। ਤਾਂ ਫਿਰ ਮੈਂ ਉਹ ਚੀਜ਼ਾਂ ਮੈਨੂੰ ਵੀ ਲੱਗਿਆ ਕਿ ਨਹੀਂ ਇਹ ਗੁੱਡ ਐਂਡ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਨਾ ਸਟੋਰੀ ਦੇ ਹਰ ਪਾਰਟ ਨਾਲ ਬਹੁਤ ਫਿੱਟ ਬੈਠਦਾ ਹੈ ਕਿ ਆਪਾਂ ਇਹ ਕਰ ਸਕਦੇ ਹਾਂ। ਐਂਡ ਦੈਨ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਤਾਂ ਮਤਲਬ ਮੈਨੂੰ ਹੀ ਉਹਨਾਂ ਨੂੰ ਸੀਗਾ ਕਿ ਤੈਨੂੰ ਕਿੱਦਾਂ ਲੱਗਦਾ, ਤਾਂ ਮੈਨੂੰ ਲੱਗਿਆ ਬਹੁਤ ਓਕੇ ਆ ਇਹ
ਕਿ ਆਪਾਂ ਇਹਨੂੰ ਕਰ ਸਕਦੇ ਹਾਂ। ਪਰ ਤੁਸੀਂ ਕੋਈ ਟਾਈਟਲ ਰੱਖ ਕੇ ਸਟੋਰੀ ਸ਼ੁਰੂ ਕੀਤੀ ਸੀਗੀ? ਨਹੀਂ, ਅੱਛਾ। ਮੇਰੀ ਮਾਈਂਡ 'ਚ ਪਿਓਰਲੀ ਸਟੋਰੀ ਸੀਗੀ ਕਿ ਉਸ ਤੋਂ ਬਾਅਦ ਟਾਈਟਲਸ ਬਹੁਤ ਸਾਰੇ ਹੋਰ ਤੁਹਾਡੇ ਮਾਈਂਡ 'ਚ ਆਉਂਦੇ ਆ, ਬਟ ਕਲੀ ਜੋਟਾ ਸੁਣਨ ਤੋਂ ਬਾਅਦ ਮਤਲਬ ਮੈਨੂੰ ਸਾਰੇ ਫਿੱਕੇ ਲੱਗੇ ਕਿ ਨਹੀਂ ਠੀਕ ਹੈ, ਟਾਈਟਲ ਇਹੀ ਹੋਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਹਾਂਜੀ। ਤੇ ਹਰਿੰਦਰ, ਤੁਹਾਨੂੰ ਕਿਉਂ ਲੱਗਿਆ ਵੀ ਇਹ ਜਿਹੜੀ ਕਹਾਣੀ ਆ ਇਹ ਸਿਨੇਮੇ ਦਾ ਹਿੱਸਾ ਬਣਨੀ ਜ਼ਰੂਰੀ ਆ ਕਹਾਣੀ, ਹੈ ਨਾ? ਤੇ ਦੂਸਰੀ ਗੱਲ, ਜਿਵੇਂ ਮੈਨੂੰ ਨੀਰੂ ਬਾਜਵਾ ਹੋਰਾਂ ਦਾ ਬਹੁਤ ਲੰਮਾ ਕਰੀਅਰ ਹੋ ਗਿਆ, ਤੇ ਕਦੇ ਕਦੇ ਆ ਕੇ ਮਹਿਸੂਸ ਹੁੰਦਾ ਸੀਗਾ ਕਿ ਇੰਨੇ ਲੰਬੇ ਕਰੀਅਰ ਤੋਂ ਬਾਅਦ ਇਸ ਆਰਟਿਸਟ ਦੇ ਲਈ ਖਾਸ ਤੌਰ ਤੇ ਫਿਲਮਾਂ ਲਿਖੀਆਂ ਜਾਣੀਆਂ ਚਾਹੀਦੀਆਂ ਨੇ ਜਿਹਦੇ ਵਿੱਚ ਉਹਦਾ ਵੱਡਾ ਕਿਰਦਾਰ ਹੋਵੇ, ਹੈ ਨਾ? ਤੇ ਜਿਹਦੇ ਲਈ ਲੱਗੇ ਕਿ ਅੱਛਾ ਇਹ ਆਰਟਿਸਟ ਨੇ ਉਹ ਥਾਂ ਬਣਾ ਲਈ ਆ ਵੀ ਹੁਣ ਸਪੈਸੀਫਿਕਲੀ ਇਹਦੇ ਲਈ ਫਿਲਮਾਂ ਲਿਖੀਆਂ ਜਾਂਦੀਆਂ ਨੇਗੀਆਂ। ਤਾਂ ਉਹ ਕਿਰਦਾਰ ਉਹਨਾਂ ਦਾ ਮੈਨੂੰ ਬਹੁਤ ਚੰਗਾ ਲੱਗਿਆ ਜਿੰਨਾ ਕਿ ਟ੍ਰੇਲਰ 'ਚ ਦੇਖਿਆ, ਹੈ ਨਾ? ਤੇ ਪਰ ਤੁਹਾਨੂੰ ਕਿਉਂ ਲੱਗਿਆ ਵੀ ਇਹ ਕਹਾਣੀ ਜਾਂ ਇਹੋ ਜਿਹੀਆਂ ਕਹਾਣੀਆਂ ਵੀ ਸਕਰੀਨ ਤੇ ਆਉਣੀਆਂ ਜ਼ਰੂਰੀ ਨੇ, ਜਾਂ ਇਹੋ ਜਿਹੀਆਂ ਕਹਾਣੀਆਂ ਜਾਂ ਉਹਨਾਂ ਕੁੜੀਆਂ ਦੀਆਂ ਕਹਾਣੀਆਂ ਵੀ ਸਿਨੇਮੇ ਦਾ ਹਿੱਸਾ ਹੋਣੀਆਂ ਚਾਹੀਦੀਆਂ ਨੇ? ਦੇਖੋ, ਫਸਟ ਆਫ ਆਲ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਸਟੋਰੀ ਹੈ, ਜਦੋਂ ਮੇਰੇ ਮਾਈਂਡ 'ਚ, ਮੈਂ ਤੁਹਾਨੂੰ ਦੱਸਿਆ ਕਿ ਬਹੁਤ ਟਾਈਮ ਰਹੀ, ਤਾਂ ਜਦੋਂ ਫਸਟ ਟਾਈਮ ਮੇਰੇ ਮਾਈਂਡ 'ਚ ਇਹ ਆਈਡੀਆ ਆਇਆ ਸੀ, ਮੈਂ ਕੋਈ ਕੰਡੀਸ਼ਨ ਕਿਸੇ ਪਰਸਨ ਦੀ ਇਸ ਤਰੀਕੇ ਨਾਲ ਦੇਖੀ ਸੀ, ਕਿਸੇ ਲੜਕੀ ਦੀ, ਤਾਂ ਉਦੋਂ ਫਸਟ ਟਾਈਮ ਮੇਰੇ ਮਾਈਂਡ 'ਚ ਇਹੀ ਗੱਲ ਆਈ ਸੀ ਕਿ ਇਹ ਸਟੋਰੀ, ਇਹ ਗੱਲ ਜਿੰਨੇ ਲੋਕਾਂ ਤੱਕ ਪਹੁੰਚ ਸਕੇ ਪਹੁੰਚਾਉਣੀ ਚਾਹੀਦੀ ਹੈ। ਤਾਂ ਉਹਦੇ 'ਚ ਕਿਸੇ ਵੀ ਹੋਰ ਮੀਡੀਅਮ ਨਾਲੋਂ ਮੈਨੂੰ ਲੱਗਦਾ ਫਿਲਹਾਲ ਪੰਜਾਬ 'ਚ, ਇੰਡੀਆ 'ਚ ਜਿਹੜਾ ਸਭ ਤੋਂ ਵੱਧ ਅਪਰੋਚ ਵਾਲਾ, ਰੇਂਜ ਵਾਲਾ ਜਿਹੜਾ ਮੀਡੀਅਮ ਆ ਉਹ ਫਿਲਮ ਹੈ, ਉਹ ਮੀਡੀਆ ਹੈ। ਬਿਲਕੁਲ, ਹਾਂ। ਤਾਂ ਮੈਨੂੰ ਲੱਗਿਆ ਕਿ ਜੇ ਸਕ੍ਰਿਪਟ ਲਿਖ ਕੇ ਇਹਨੂੰ ਫਿਲਮ ਬਣਾਇਆ ਜਾਂਦਾ ਤਾਂ ਮੈਨੂੰ ਲੱਗਿਆ ਕਿ ਸਭ ਤੋਂ ਵੱਧ ਲੋਕਾਂ ਤੱਕ ਪਹੁੰਚ ਸਕਦੀ ਹੈ, ਇਹਦੀ ਜਿਹੜੀ ਰੇਂਜ ਹੈ ਉਹ ਬਹੁਤ ਵਾਈਡ ਹੋ ਸਕਦੀ ਹੈ, ਔਰ ਇਹ ਗੱਲ ਜਿੰਨੇ ਲੋਕਾਂ ਤੱਕ ਪਹੁੰਚਾਈ ਜਾਵੇ ਪਹੁੰਚਾਉਣੀ ਚਾਹੀਦੀ ਹੈ ਕਿ ਜਿਹੜੀ ਕੁੜੀਆਂ ਨੇ ਜਾਂ ਇਹਨਾਂ ਦੀ ਬਹੁਤ ਸਾਰੇ ਸ਼ੇਡ ਨੇ ਇਹਨਾਂ ਦੀ ਲਾਈਫ ਦੀ। ਬਿਲਕੁਲ, ਹਾਂ। ਐਂਡ ਹਰ ਇੱਕ ਦੀ ਜਰਨੀ ਹੈ ਜਿਹੜੀ ਉਹ ਬਹੁਤ ਡਿਫਰੈਂਟ ਹੈ, ਔਰ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਕੁੜੀਆਂ ਦੇ ਕਰੈਕਟਰਸ ਨੂੰ ਕਦੇ ਵੀ ਓਨੇ ਸ਼ੇਡਸ ਨਾਲ ਪੇਸ਼ ਨਹੀਂ ਕੀਤਾ ਗਿਆ, ਹੈ ਨਾ? ਜਾਂ ਤਾਂ ਉਹ ਵਾਈਫ ਹੈ, ਉਹ ਪ੍ਰੇਮਿਕ ਹੈ, ਹੈ ਨਾ? ਉਹਨਾਂ ਦੇ ਕੁਛ ਕੁ ਜਿਹੜੇ ਰੋਲਸ ਨੇ ਉਹ ਡਿਫਾਈਨਡ ਨੇ, ਤੇ ਉਹਨਾਂ ਨੂੰ ਜੇ ਮੈਂ ਹੋਰ ਥੋੜ੍ਹਾ ਡੈਪਥ 'ਚ ਜਾਵਾਂ ਤਾਂ ਮੈਨੂੰ ਲੱਗਦਾ ਕਿ ਕਿਉਂਕਿ ਹੀਰੋ ਹੈ ਤਾਂ ਹੀਰੋਇਨ ਹੋਣੀ ਚਾਹੀਦੀ ਹੈ ਫਿਲਮ 'ਚ, ਹੈ ਨਾ? ਤਾਂ ਉਹਨਾਂ ਦੀ ਐਗਜ਼ਿਸਟੈਂਸ ਮੇਅਰਲੀ ਸਮਟਾਈਮਸ ਉਨੀ ਕੁ ਰਹਿ ਜਾਂਦੀ ਹੈ, ਤਾਂ ਉਹਨਾਂ ਦੇ ਕਰੈਕਟਰ 'ਤੇ ਉਸ ਤਰੀਕੇ ਦੀ ਡੈਪਥ ਨਹੀਂ ਹੁੰਦੀ, ਉਹਨਾਂ ਦੇ ਕੀ ਕਰੈਕਟਰ ਦੀ ਹਿਸਟਰੀ ਨਹੀਂ ਹੁੰਦੀ, ਤਾਂ ਔਰ ਉਹ ਇੱਕ ਖਾਸ ਤਰ੍ਹਾਂ ਦੇ ਸੋਸ਼ਲ ਸਟੈਂਡਰਡ ਜਾਂ ਸੋਸ਼ਲ ਇੱਕ ਖਾਸ ਤਰ੍ਹਾਂ ਦੇ ਤਬਕੇ ਤੋਂ ਹੀ ਆਉਂਦੀਆਂ ਨੇ, ਹੈ ਨਾ? ਤਾਂ ਮੈਨੂੰ ਇਹ ਲੱਗਦਾ ਸੀ ਕਿ ਨਹੀਂ, ਇਹ ਸਟੋਰੀ ਇੱਕ ਸੈਂਸਿਟਿਵ ਇਸ਼ੂ 'ਤੇ ਹੋਣ ਕਰਕੇ ਵੀ, ਅਤੇ ਨਾਲ ਜਿਹੜੀ ਇਹਦੇ ਨਾਲ ਇੱਕ ਕੁੜੀਆਂ ਦੇ ਕਰੈਕਟਰਸ ਨੂੰ ਕਿਸ ਤਰੀਕੇ ਨਾਲ ਅਸੀਂ ਡਿਫਾਈਨ ਕਰ ਸਕਦੇ ਹਾਂ, ਦਿਖਾ ਸਕਦੇ ਹਾਂ, ਉਹ ਚੀਜ਼ ਵੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੀਆਂ ਜਰਨੀਜ਼ ਵੀ ਆਉਣੀਆਂ ਚਾਹੀਦੀਆਂ, ਉਹਨਾਂ ਦੀ ਗੱਲ ਵੀ ਆਉਣੀ ਚਾਹੀਦੀ ਹੈ ਕਿ ਉਹਨਾਂ ਦੀ ਹਿਸਟਰੀ ਹੈ ਜਿਹੜੀ ਉਹ ਸਿਰਫ ਰੋਮੈਂਟਿਕ ਦਿੱਖ ਵਾਲੀ ਨਹੀਂ ਹੈ ਕਿ ਉਹਨੂੰ ਅਸੀਂ ਦੇਖ ਕੇ ਇੱਕ ਮੁੰਡਾ ਪਸੰਦ ਕਰੇ ਤੇ ਉਹਦੇ ਨਾਲ ਪਿਆਰ ਹੋ ਜਾਵੇ ਤੇ ਉਹਨੂੰ ਐਡਮਾਇਰ ਕਰੇ। ਉਹਨੂੰ ਐਡਮਾਇਰ ਕਰਨ ਦਾ ਸਿਰਫ ਇੱਕ ਉਹਦਾ ਫਿਜ਼ੀਕਲ ਚਾਰਮ ਹੀ ਨਹੀਂ ਹੈਗਾ, ਬਹੁਤ ਸੋਹਣੀ ਗੱਲ ਕੀਤੀ ਤੁਸੀਂ, ਉਹਦੀ ਇੱਕ ਹਿਸਟਰੀ ਹੁੰਦੀ ਆ ਪਿੱਛੇ, ਸਾਨੂੰ ਉਹਦੇ 'ਚ ਵੀ ਜਾਣਾ ਪਊਗਾ, ਸਾਨੂੰ ਦੇਖਣਾ ਪਊਗਾ ਕਿ ਉਹ ਕਿਤੇ ਵੀ ਜਾਂਦੀ ਆ, ਪਹੁੰਚਦੀ ਆ, ਤਾਂ ਉਹ ਕਿੰਨਾ ਚੀਜ਼ਾਂ ਨਾਲ ਸਟਰਗਲ ਕਰਕੇ, ਕਿੰਨੀ ਮੁਸ਼ਕਿਲ ਨਾਲ ਕਿਤੇ ਪਹੁੰਚਦੀ ਆ। ਉਹਦੀ ਲਾਈਫ ਦੇ ਵਿੱਚ ਰੋਮੈਂਸ ਜਿਹੜਾ ਹੈਗਾ ਹੈ ਉਹ ਇੱਕ ਪਾਰਟ ਹੈ, ਔਰ ਪਲੱਸ ਰੋਮੈਂਸ ਕਦੇ ਵੀ ਅਸੀਂ ਕੁੜੀ ਦੀ ਚੁਆਇਸ ਨਹੀਂ ਦੇਖਿਆ, ਉਹ ਹਮੇਸ਼ਾ ਮੁੰਡੇ ਦੀ ਚੁਆਇਸ ਹੁੰਦਾ ਹੈ ਨਾ, ਕਿ ਮੁੰਡਾ ਪਿਆਰ ਕਰਨਾ ਚਾਹੁੰਦਾ, ਮੁੰਡਾ ਐਕਸਪ੍ਰੈਸ ਕਰਨਾ ਚਾਹੁੰਦਾ ਹੈ ਨਾ, ਤਾਂ ਹਰ ਵਾਰ ਐਵੇਂ ਨਹੀਂ ਹੁੰਦਾ। ਕੁੜੀਆਂ ਦੀ ਲਾਈਫ ਦਾ ਵੀ ਇਹ ਇੰਪੋਰਟੈਂਟ ਪਾਰਟ ਹੈ, ਉਹ ਵੀ ਐਕਸਪ੍ਰੈਸ ਕਰ ਸਕਦੀਆਂ ਨੇ, ਹੈ ਨਾ, ਦੂਜਾ ਪਾਸਾ। ਤਾਂ ਸੋ ਉਹਨਾਂ ਦੇ ਬਿਹਾਫ ਤੋਂ ਵੀ ਗੱਲ ਹੋਣੀ ਬਣਦੀ ਸੀਗੀ। ਠੀਕ ਹੈ, ਉਹ ਫਿਲਮਾਂ ਬਣ ਰਹੀਆਂ ਨੇ, ਅੱਛਾ ਕਰ ਰਹੀਆਂ ਨੇ, ਪੰਜਾਬੀ ਸਿਨੇਮਾ ਗਰੋ ਕਰ ਰਿਹਾ, ਬਟ ਹਰ ਤਰ੍ਹਾਂ ਦੀਆਂ ਸਟੋਰੀਜ਼ ਹੋਣੀਆਂ ਚਾਹੀਦੀਆਂ ਨੇ। ਮੈਨੂੰ ਲੱਗਦਾ ਸੀ ਕਿ ਪੰਜਾਬੀ ਸਿਨੇਮਾ ਦੇ ਵਿੱਚ ਵੈਰਾਈਟੀ ਆਉਣੀ ਚਾਹੀਦੀ ਹੈ, ਨੈਰੇਟਿਵਸ ਦੀ ਵੈਰਾਈਟੀ ਆਉਣੀ ਚਾਹੀਦੀ ਹੈ ਨਾ, ਤਾਂ ਡਿਫਰੈਂਟ ਫਿਲਮਾਂ ਬਣਨੀਆਂ ਚਾਹੀਦੀਆਂ ਨੇ। ਸਿਰਫ ਯੰਗ ਹੀਰੋ ਹੀਰੋਇਨ ਜਾਂ ਸਿਰਫ ਉਹਨਾਂ 'ਤੇ ਬੇਸਡ ਹੀ ਨਹੀਂ, ਹਰ ਉਮਰ ਦੇ ਕਰੈਕਟਰ 'ਤੇ ਸਟੋਰੀ ਹੋ ਸਕਦੀ ਹੈ, ਐਂਡ ਉਹ ਹੀਰੋ ਹੋ ਸਕਦੇ ਨੇ, ਹੈ ਨਾ, ਉਹ ਪ੍ਰੋਟੈਗੋਨਿਸਟ ਹੋ ਸਕਦੇ ਨੇ, ਕੁੜੀ ਵੀ ਹੋ ਸਕਦੀ ਹੈ, ਮੁੰਡਾ ਵੀ ਹੋ ਸਕਦਾ। ਸਾਨੂੰ ਕਿਸੇ ਵੀ ਚੀਜ਼ ਨਾਲ ਸਟਿਕ
ਨਹੀਂ ਹੋਣਾ ਚਾਹੀਦਾ ਕਿ ਹੀ ਪ੍ਰੋਟੈਗੋਨਿਸਟ ਸਿਰਫ ਮੁੰਡਾ ਹੋਊਗਾ ਹਨਾ, ਪ੍ਰੋਟੈਗੋਨਿਸਟ ਕੁੜੀ ਵੀ ਹੋ ਸਕਦੀ ਆ। ਇਹ ਅਕੋਰਡਿੰਗ ਟੂ ਸਟੋਰੀ ਹੈ, ਤੁਸੀਂ ਸਟੋਰੀ ਕਿਹੜੀ ਕਹਿਣਾ ਚਾਹੁੰਦੇ ਹੋ, ਤੁਸੀਂ ਨੈਰੇਟਿਵ ਕਿਹੜਾ ਕਹਿਣਾ ਚਾਹੁੰਦੇ ਹੋ। ਤਾਂ ਇਸ ਲਈ ਮੈਨੂੰ ਲੱਗਦਾ ਕਿ ਇਹ ਸਟੋਰੀ ਮੈਨੂੰ ਲੱਗਦਾ ਸੀ ਕਿ ਬਿਲਕੁਲ ਆਉਣੀ ਚਾਹੀਦੀ ਹੈ, ਕਿ ਇਹ ਗੱਲ ਹੋਣੀ ਚਾਹੀਦੀ ਹੈ ਔਰ ਇਹ ਸਿਨੇਮਾ ਥਰੂ ਹੀ ਹੋਣੀ ਚਾਹੀਦੀ ਹੈ, ਤਾਂ ਕਿ ਇਹਦੀ ਰੇਂਜ ਆ ਜਿਹੜੀ ਜਿੰਨੀ ਅਸੀਂ ਵਧਾ ਸਕੀਏ ਉਨੀ ਵੱਧ ਸਕੇ। ਤੁਹਾਡੇ ਮਾਈਂਡ 'ਚ ਨੀਰੂ ਬਾਜਵਾ ਤੋਂ ਇਲਾਵਾ ਕਦੇ ਕੋਈ ਚਿਹਰਾ ਆਇਆ ਸੀਗਾ? ਮੈਨੂੰ ਪਤਾ ਨਹੀਂ ਕਿ ਕਾਸਟਿੰਗ 'ਚ ਤੁਹਾਡਾ ਕੀ ਰੋਲ ਆ, ਪਰ ਫਿਰ ਵੀ ਜਦੋਂ ਤੁਸੀਂ ਕਹਾਣੀ ਲਿਖ ਰਹੇ ਸੀਗੇ ਤਾਂ ਕੋਈ ਇੱਕ ਤਸਵੀਰ ਤੁਹਾਡੇ ਦਿਮਾਗ 'ਚ ਕਦੇ ਬਣੀ ਆ? ਨਹੀਂ, ਜਦੋਂ ਮੈਂ ਸਟੋਰੀ ਲਿਖ ਰਹੀ ਸੀਗੀ ਉਦੋਂ ਤਾਂ ਓਬਵੀਅਸਲੀ ਮੇਰੇ ਮਾਈਂਡ 'ਚ ਕੋਈ ਵੀ ਤਸਵੀਰ ਨਹੀਂ ਸੀਗੀ। ਮੇਰੇ ਦਿਮਾਗ ਦੇ ਵਿੱਚ ਬਸ ਇੱਕ ਕੁੜੀ ਚੱਲਦੀ ਸੀਗੀ। ਅਤੇ ਉਹ ਜਦੋਂ ਨੀਰੂ ਮੈਮ ਤੱਕ ਸਟੋਰੀ ਦੀ ਗੱਲ ਹੋਈ ਜਾਂ ਉਹਨਾਂ ਨੂੰ ਵੀ ਇੰਨੀ ਅੱਛੀ ਲੱਗੀ ਕਿ ਉਹਨਾਂ ਨੂੰ ਮਤਲਬ ਬਹੁਤ ਪਸੰਦ ਆਈ, ਤਾਂ ਦੈਨ ਮੈਨੂੰ ਲੱਗਿਆ ਕਿ ਨੀਰੂ ਬਾਜਵਾ ਮੈਮ ਤੋਂ ਬਿਨਾਂ ਹੋਰ ਕੋਈ ਕਰ ਹੀ ਨਹੀਂ ਸਕਦਾ ਹੈ ਨਾ, ਕਿ ਬਿਲਕੁਲ ਮਤਲਬ ਕੋਇਨਸੀਡੈਂਟਲੀ ਉਹਨਾਂ ਲਈ ਲਿਖੀ ਗਈ ਸਟੋਰੀ ਹੈ ਹੈ ਨਾ। ਜਿਵੇਂ ਸਮਟਾਈਮਸ ਆਪਾਂ ਨੂੰ ਲੱਗਦਾ ਕਿ ਜ਼ਿੰਦਗੀ 'ਚ ਇਤਫਾਕ ਹੁੰਦੇ ਆ ਹੈ ਨਾ, ਕੁਛ ਮਿਰੇਕਲ ਮੂਮੈਂਟਸ ਹੁੰਦੇ ਆ, ਤਾਂ ਉਹ ਮੈਂ ਸੋਚਿਆ ਤਾਂ ਨਹੀਂ ਸੀ, ਬਟ ਜਿਵੇਂ ਹੀ ਪਹਿਲਾ ਨਾਮ ਨੀਰੂ ਮੈਮ ਦਾ ਹੀ ਆਇਆ, ਉਹਨਾਂ ਨੂੰ ਨਾਲ ਹੀ ਸਟੋਰੀ ਸ਼ੇਅਰ ਹੋਈ ਹੈ ਨਾ। ਤਾਂ ਜਦੋਂ ਮਤਲਬ ਉਹ ਮੇਰੇ ਲਈ ਇਹ ਸੀ ਕਿ ਯੈਸ, ਕਿ ਉਹ ਪਤਾ ਨਹੀਂ ਹਾਂ ਕਹਿਣ ਨਾ ਕਹਿਣ ਉਹਨਾਂ ਨੂੰ ਕਿਵੇਂ ਲੱਗਦਾ, ਬਟ ਉਹਨਾਂ ਦਾ ਬਹੁਤ ਅੱਛਾ ਰਿਸਪੌਂਸ ਸੀਗਾ ਹੈ ਨਾ। ਐਂਡ ਉਹ ਬਹੁਤ ਇੰਟਰਸਟਿਡ ਸੀਗੇ, ਉਹਨਾਂ ਨੇ ਇੰਨਾ ਮਤਲਬ ਆਪਦਾ ਉਤਸ਼ਾਹ ਦਿਖਾਇਆ ਕਿ ਮੈਨੂੰ ਲੱਗਿਆ ਕਿ ਸੀਰੀਅਸਲੀ ਕੋਈ ਹੋਰ ਨਹੀਂ ਕਰ ਸਕਦਾ, ਕਿ ਨੀਰੂ ਮੈਮ ਹੀ ਕਰ ਸਕਦੇ ਆ। ਉਸ ਤੋਂ ਬਾਅਦ ਜ਼ਰੂਰ ਉਹ ਰਾਬੀਆ ਦੀ ਪਿਕਚਰ ਮੇਰੇ ਮਾਈਂਡ 'ਚ ਨੀਰੂ ਮੈਮ ਦੀ ਪਿਕਚਰ ਬਣ ਗਈ ਜੀ। ਜਦੋਂ ਇਹ ਗੱਲ ਹੁੰਦੀ ਸੀਗੀ ਕਿ ਕਹਾਣੀ ਇੱਕ ਕੁੜੀ ਨੇ ਲਿਖਿਆ, ਹਰਿੰਦਰ ਸਿੰਘ ਨਹੀਂ ਹਰਿੰਦਰ ਕੌਰ ਹੈ, ਹਾਂਜੀ, ਉਦੋਂ ਦਾ ਤੁਹਾਨੂੰ ਕੋਈ ਰਿਐਕਸ਼ਨ ਯਾਦ ਆ? ਉਦੋਂ ਦਾ ਰਿਐਕਸ਼ਨ ਮੈਨੂੰ ਇਹ ਨਹੀਂ ਯਾਦ, ਬਟ ਮੈਨੂੰ ਕੁਛ ਮੂਮੈਂਟਸ ਜਾਂ ਇਨਸੀਡੈਂਟਸ ਯਾਦ ਨੇ ਕਿ ਜਿਵੇਂ ਕੋਈ ਵੀ ਆਉਂਦਾ, ਜਿੱਦਾਂ ਸਾਡੇ ਪ੍ਰੋਡਿਊਸਰ ਸੀਗੇ, ਤਾਂ ਮਤਲਬ ਪਹਿਲਾਂ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਇਹ ਕੁੜੀ ਇੱਥੇ ਕਿਉਂ ਆ। ਤਾਂ ਜਿੱਦਾਂ ਦਾਦੂ ਦੱਸਦੇ ਸੀ ਕਿ ਅੱਛਾ ਇਹ ਸਾਡੀ ਰਾਈਟਰ ਹੈ ਨਾ, ਤਾਂ ਦੈਨ ਪਤਾ ਚੱਲਦਾ ਸੀਗਾ। ਅਦਰਵਾਈਜ਼ ਕੋਈ ਐਕਸਪੈਕਟ ਨਹੀਂ ਕਰ ਸਕਦਾ ਅੱਛਾ ਜੇ ਕੋਈ ਕੁੜੀ ਫਿਰ ਰਹੀ ਹੈ ਤਾਂ ਉਹ ਰਾਈਟਰ ਹੋਊਗੀ। ਔਰ ਦੂਸਰਾ ਸੈੱਟ ਦੀਆਂ ਬਹੁਤ ਸਾਰੀਆਂ ਹੈ ਨਾ ਮੇਰੇ ਕੋਲ ਇਨਸੀਡੈਂਟਸ ਹੈ ਕਿ ਫਸਟ ਟਾਈਮ ਜਦੋਂ ਮੈਂ ਸੈੱਟ 'ਤੇ ਗਈ ਤਾਂ ਨਾ ਮੈਂ ਹਰ ਇੱਕ ਸੀਨ ਦੇ ਮੈਂ ਨਾਲ ਹੀ ਦਾਦੂ ਦੇ ਖੜੀ ਹੁੰਦੀ ਸੀ, ਮੈਂ ਦੇਖ ਰਹੀ ਹੁੰਦੀ ਸੀ ਅਸੀਂ ਹੈ ਨਾ ਵੀ ਸਾਰਾ ਕਿਵੇਂ ਹੋ ਰਿਹਾ ਕਿਵੇਂ ਨਹੀਂ ਹੋ ਰਿਹਾ। ਤਾਂ ਮੇ ਬੀ ਰਾਈਟਰਸ ਦੀ ਇੱਕ ਨਾ ਸੈਟਸ 'ਤੇ ਮੈਨੂੰ ਲੱਗਦਾ ਕਿ ਡਿਫਾਈਨਡ ਰੋਲ ਹੈ ਇੱਕ, ਕਿ ਉਹਨਾਂ ਨੇ ਇੱਕ ਸਾਈਡ 'ਤੇ ਬੈਠਣਾ, ਮੇ ਬੀ ਇੱਕ ਸਫਿਸਟੀਕੇਟਡ ਵੇ ਸਮ ਹਾਊ, ਮੈਨੂੰ ਨਹੀਂ ਪਤਾ ਕਿਵੇਂ ਕਰਦੇ, ਜਸਟ ਮੈਂ ਸੋਚ ਰਹੀ ਕਿਉਂਕਿ ਮੈਂ ਉਸ ਤੋਂ ਪਹਿਲਾਂ ਕਦੇ ਕਿਸੇ ਸੈੱਟ 'ਤੇ ਗਈ ਨਹੀਂ, ਕਿ ਉਹ ਇੱਦਾਂ ਬੈਠੇ ਹੋਣਗੇ ਜਾਂ ਇੱਕ ਪਤਾ ਚੱਲੇਗਾ ਕਿ ਹੀ ਔਰ ਸ਼ੀ ਇਜ਼ ਅ ਰਾਈਟਰ ਹੈ ਨਾ। ਤਾਂ ਉੱਥੇ ਪਹਿਲਾਂ ਕਿਸੇ ਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਅੱਛਾ ਫਿਲਮ ਦਾ ਰਾਈਟਰ ਕੌਣ ਹੈ, ਕਿਉਂਕਿ ਸਾਰਿਆਂ ਨੂੰ ਲੱਗ ਰਿਹਾ ਸੀ ਮੇਬੀ ਮੈਂ ਅਸਿਸਟੈਂਟ ਹੈ, ਕਿਉਂਕਿ ਮੈਂ ਇੱਕ ਤਾਂ ਸੈੱਟ 'ਤੇ ਵੀ ਸਾਰਾ ਸਮਾਨ ਵੀ ਇੱਧਰ ਉੱਧਰ ਕਰਨਾ ਜਾਂ ਦਾਦੂ ਨਾਲ ਹਰ ਚੀਜ਼ ਡਿਸਕਸ ਕਰਨੀ ਐਂਡ ਆਲ, ਜਿੱਦਾਂ ਸਾਡੇ ਸਪੋਟ ਵਾਲੇ ਹੋ ਗਏ, ਕੈਮਰਾ ਵਾਲੇ ਹੋ ਗਏ, ਮਤਲਬ ਉਹਨਾਂ ਨੂੰ ਮੈਨੂੰ ਲੱਗਦਾ ਫਿਲਮ ਦੇ ਅੱਧ 'ਚ ਜਾ ਕੇ ਪਤਾ ਚੱਲਿਆ ਕਿ ਅੱਛਾ ਇਹ ਰਾਈਟਰ ਹੈ। ਠੀਕ ਹੈ, ਕਿਉਂਕਿ ਕਿਸੇ ਨੂੰ ਮਤਲਬ ਲੱਗਦਾ ਕਿ ਮਤਲਬ ਕੋਈ ਮੁੰਡਾ ਰਾਈਟਰ ਜ਼ਿਆਦਾਤਰ ਹੁੰਦੇ ਆ ਐਂਡ ਉਹਨਾਂ ਦੇ ਆਉਣ ਜਾਣ ਤੇ ਸਭ ਚੀਜ਼ਾਂ ਤੇ ਇੱਕ ਪਤਾ ਚੱਲਦਾ ਕਿ ਅੱਛਾ ਹੈ ਨਾ ਕਿ ਇਹ ਰਾਈਟਰ ਹੈ ਜਾਂ ਕੁਛ ਵੀ ਆ। ਮੇ ਬੀ ਉਹ ਟਿਪੀਕਲ ਬਿਹੇਵੀਅਰ ਨਹੀਂ ਸੀਗਾ ਮੇਰਾ ਸੈੱਟ 'ਤੇ ਕਿ ਹਾਂ ਜਾਂ ਤਾਂ ਮੇਰੇ ਬਿਹੇਵੀਅਰ ਤੋਂ ਪਤਾ ਚੱਲੇ ਜਾਂ ਮਤਲਬ ਇੱਕ ਫਿਰ ਪ੍ਰੀ ਨੋਸ਼ਨ ਤਾਂ ਹੈ ਹੀ ਨਹੀਂ ਸੀਗਾ ਕਿ ਅੱਛਾ ਕੁੜੀ ਰਾਈਟਰ ਹੋਊਗੀ ਹੈ ਨਾ। ਤਾਂ ਉਹ ਇਨਸੀਡੈਂਟਸ ਹੈਗੇ ਨੇ ਕਿ ਹਾਂ ਉਹ ਸਾਰਿਆਂ ਨੂੰ ਹੌਲੀ ਹੌਲੀ ਪਤਾ ਚੱਲਿਆ ਕਿ ਅੱਛਾ ਇਹ ਰਾਈਟਰ ਹੈ, ਇਹਨਾਂ ਨੇ ਲਿਖੀ ਆ। ਇੱਕ ਚੀਜ਼ ਹੋਰ ਵੀ ਆ, ਜਿਵੇਂ ਇਹ ਜ਼ਰੂਰੀ ਨਹੀਂ ਕਿ ਕੋਈ ਬੰਦਾ ਸਾਦਾ ਵਾ ਜਾਂ ਸੂਟ ਪਾ ਰਿਹਾ ਵਾ, ਹਾਂਜੀ ਕਿ ਉਹ ਬੰਦਾ ਇੰਟੈਲੀਜੈਂਟ ਨਹੀਂ ਹੋ ਸਕਦਾ, ਇੰਟੈਲੈਕਚੁਅਲ ਨਹੀਂ ਹੋ ਸਕਦਾ ਜਾਂ ਕ੍ਰੀਏਟਿਵ ਨਹੀਂ ਹੋ ਸਕਦਾ ਹੈ ਨਾ, ਜਿਵੇਂ ਤੁਸੀਂ ਆਪਣੀ ਮਾਸਟਰਸ ਇੰਗਲਿਸ਼ ਦੇ ਵਿੱਚ ਕੀਤੀ ਹੈ ਨਾ। ਤੇ ਪਰ ਤੁਹਾਡਾ ਜੋ ਪਹਿਰਾਵਾ ਜਾਂ ਤੁਹਾਡਾ ਰਹਿਣ ਸਹਿਣ ਆ ਉਹ ਤੁਹਾਡੀ ਚੋਇਸ ਆ। ਜੀ ਪਰ ਮੈਨੂੰ ਲੱਗਦਾ ਹੁੰਦਾ ਕਿ ਇਸ ਇੰਡਸਟਰੀ ਦੇ ਵਿੱਚ ਐਕਸੈਪਟੈਂਸ ਬਹੁਤ ਘੱਟ ਆ। ਸਾਨੂੰ ਇਹ ਲੱਗਦਾ ਜਿਵੇਂ ਉਹ ਨਹੀਂ ਹੁੰਦਾ ਵੀ ਜੋ ਦਿਖਦਾ ਉਹ ਵਿਕਦਾ, ਵੀ ਪਹਿਲਾਂ ਉਹਦੀ ਦੇਖ ਉੱਦਾਂ ਦੀ ਬਣਾਉਣੀ ਪੈਂਦੀ ਆ ਜੇ ਤੁਸੀਂ ਆਪਦਾ ਨਾਮ ਵੇਚਣਾ ਆ। ਹਾਂਜੀ, ਤੁਸੀਂ ਫੀਲ ਕੀਤੀ ਇਹ ਚੀਜ਼? ਮੈਨੂੰ ਫੀਲ ਦਾ ਤਾਂ ਨਹੀਂ ਪਤਾ, ਬਟ ਮੈਨੂੰ ਇਹ ਪਤਾ ਹੈ ਕਿ ਮੇਰੇ 'ਤੇ ਇਸ ਚੀਜ਼ ਦਾ ਅਸਰ ਨਹੀਂ ਹੋਇਆ ਔਰ ਨਾ ਹੀ ਕੋਇਨਸੀਡੈਂਟਲੀ ਫਸਟ ਟਾਈਮ ਮੈਂ ਜਿਹੜੀ ਟੀਮ 'ਚ ਐਂਟਰ ਕੀਤੀ ਉੱਥੇ ਮੈਂ ਇਹ ਚੀਜ਼ਾਂ ਫੇਸ ਨਹੀਂ ਕੀਤੀਆਂ। ਬਿਲਕੁਲ, ਕਿ ਤੁਸੀਂ ਜਿਵੇਂ ਦੇ ਵੀ ਕੱਪੜੇ ਪਾ ਕੇ ਜਾਓ ਨਾ ਜਾਓ ਮੈਟਰ ਨਹੀਂ ਕਰਦਾ, ਤੁਹਾਡਾ ਕੰਮ ਕੀ ਹੈ, ਤੁਸੀਂ ਕੰਮ ਕੀ ਕੀਤਾ ਹੈ ਨਾ। ਤਾਂ ਮੈਨੂੰ ਇਹ ਲੱਗਦਾ ਕਿ
ਮਤਲਬ ਮੇਰਾ ਸਭ ਤੋਂ ਵੱਧ ਫੋਕਸ ਤੇ ਜਿਹੜੀ ਚੀਜ਼ ਹੁੰਦੀ ਸੀ ਉਹ ਸੀਗਾ ਕੰਮ, ਕਿ ਮੈਂ ਆਪਣਾ ਕੰਮ ਕੀਤਾ। ਅੱਛਾ ਜੇ ਦਾਦੂ ਨਾਲ ਬੈਠ ਕੇ ਅਸੀਂ ਕਿੰਨਾ ਟਾਈਮ ਪਹਿਲਾਂ ਮੈਂ ਦਾਦੂ ਨਾਲ ਬੈਠ ਕੇ ਅਸੀਂ ਸੀਨ ਟੂ ਸੀਨ ਕੰਮ ਕੀਤਾ ਹੈ ਨਾ, ਮਤਲਬ ਟਿਲ ਦਾਦੂ ਸੈਟਿਸਫੈਕਸ਼ਨ ਮੈਂ ਰੀਰਾਈਟ ਕੀਤਾ ਕਿ ਨਹੀਂ ਹਰਿੰਦਰ ਇੱਥੋਂ ਐਂ ਲੱਗਦਾ ਤੂੰ ਇਹਨੂੰ ਇਹ ਦੇਖ ਜਾਂ ਉਹ ਦੇਖ ਹੈ ਨਾ। ਤਾਂ ਮੇਰਾ ਧਿਆਨ ਉਸ ਚੀਜ਼ ਤੇ ਹੀ ਹੁੰਦਾ ਸੀਗਾ। ਤੁਸੀਂ ਸਵੇਰੇ ਉੱਠ ਕੇ ਕੁਝ ਵੀ ਪਾ ਲਓ ਹੈ ਨਾ, ਤੁਸੀਂ ਪਜਾਮੇ 'ਚ ਚਲੇ ਜਾਓ, ਟੀ-ਸ਼ਰਟ ਚਲੇ ਜਾਓ, ਤੁਸੀਂ ਪੈਂਟ ਪਾ ਲਓ, ਸੂਟ ਪਾ ਲਓ, ਇਹ ਚੀਜ਼ ਤੇ ਕਦੇ ਧਿਆਨ ਨਹੀਂ ਗਿਆ। ਬਿਲਕੁਲ। ਔਰ ਨਾ ਹੀ ਆਲੇ ਦੁਆਲੇ ਦੇ ਕਿਸੇ ਉਸ ਮਾਹੌਲ ਤੋਂ ਮੈਨੂੰ ਲੱਗਿਆ, ਮੇਬੀ ਮੈਂ ਜਿਸ ਟੀਮ 'ਚ ਕਰ ਰਹੀ ਸੀਗੀ ਕੰਮ, ਕਿ ਹਾਂ ਯਾਰ ਮੇਰੇ ਕੰਮ ਤੋਂ ਇਲਾਵਾ ਮੇਰੇ ਕੱਪੜਿਆਂ ਤੇ ਧਿਆਨ ਜਾ ਰਿਹਾ। ਬਟ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਹੈ ਉਹ ਹੁੰਦੀ ਹੈ, ਕਿਉਂਕਿ ਅਸੀਂ ਆਊਟਰ ਲੁੱਕ ਤੋਂ ਬੰਦੇ ਨੂੰ ਬਹੁਤ ਜੱਜ ਕਰਦੇ ਹਾਂ। ਮੇਬੀ ਜੇ ਮੇਰੇ ਨਾਲ ਵੀ ਉਸ ਮਾਹੌਲ 'ਚ ਹੁੰਦੀ ਮੈਂ ਵੀ ਓਬਜ਼ਰਵ ਕਰਦੀ ਹੈ ਨਾ। ਬਟ ਮੈਨੂੰ ਲੱਗਦਾ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਸੀਗਾ ਕਿਸੇ ਤੇ ਵੀ ਇਸ ਤਰੀਕੇ ਦਾ। ਅਸੀਂ ਸਾਰੇ ਤਾਂ ਫਿਲਮ ਇਹ ਬਹੁਤ ਟਫ ਸੀਗੀ ਹੈ ਨਾ, ਕੰਮ ਬਹੁਤ ਜ਼ਿਆਦਾ ਸੀਗਾ। ਔਰ ਪੰਜਾਬੀ ਸਿਨੇਮੇ 'ਚ ਇਹ ਫਿਲਮ ਬਣਾਉਣੀ ਮਤਲਬ ਲਾਈਕ ਦਾਦੂ ਹੀ ਦੱਸ ਸਕਦੇ ਆ ਹੈ ਨਾ, ਕਿਉਂਕਿ ਉਹ ਡਾਇਰੈਕਟਰ ਸੀਗੇ, ਉਹਨਾਂ ਤੇ ਬਹੁਤ ਪ੍ਰੈਸ਼ਰ ਸੀਗਾ। ਤੇ ਅਸੀਂ ਤਾਂ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਦੱਸ ਦਿੰਦੇ ਸੀ ਚੀਜ਼ਾਂ ਜਾਂ ਉਹ ਸਾਰਾ ਕੁਝ ਉਹਨਾਂ ਨੇ ਕਿਵੇਂ ਮੈਨੇਜ ਕੀਤਾ ਸੀਰੀਅਸਲੀ। ਮਤਲਬ ਮੈਂ ਦੇਖਿਆ ਹੈ ਨਾ ਉਹਨਾਂ ਨੇ ਕਿੰਨਾ ਮਤਲਬ ਹਾਰਡ ਵਰਕ ਕੀਤਾ ਹੈ ਇਸ ਫਿਲਮ ਲਈ, ਕਿਉਂਕਿ ਜਿਵੇਂ ਹੋਰ ਪੰਜਾਬੀ ਫਿਲਮਾਂ ਬਣਦੀਆਂ ਨੇ ਜਾਂ ਉਹ ਹੈ ਮੈਨੂੰ ਉਹਨਾਂ ਦਾ ਪਤਾ ਨਹੀਂ, ਬਟ ਇਹ ਬਹੁਤ ਔਖੀ ਫਿਲਮ ਸੀਗੀ ਪੰਜਾਬੀ ਸਿਨੇਮਾ 'ਚ ਬਣਾਉਣੀ ਹੈ ਨਾ। ਤਾਂ ਸਾਨੂੰ ਕੱਪੜਿਆਂ ਤੇ ਜਾਂ ਹੋਰ ਅਸੀਂ ਕੀ ਕਰ ਰਹੇ ਸਾਨੂੰ ਹੋਸ਼ ਹੀ ਨਹੀਂ ਹੁੰਦੀ ਸੀਗੀ ਹੈ ਨਾ। ਅਸੀਂ ਸਾਰੇ ਆਪੋ ਆਪਣੇ ਕੰਮ 'ਚ ਇੱਦਾਂ ਲੱਗੇ ਸੀਗੇ ਕਿ ਅਸੀਂ ਪੂਰੀ ਮਿਹਨਤ ਕਰਕੇ ਕੰਮ ਕਰੀਏ ਹੈ ਨਾ, ਜਾਂ ਉਹ ਕਰੀਏ। ਬਟ ਜੋ ਗੱਲ ਤੁਸੀਂ ਕਹਿ ਰਹੇ ਹੋ ਉਹ ਕਿਤੇ ਨਾ ਕਿਤੇ ਹੁੰਦੀ ਹੈ, ਮੈਂ ਦੇਖੀ ਵੀ ਹੈ, ਮੈਨੂੰ ਪਤਾ ਹੈ। ਬਟ ਇਸ ਫਿਲਮ ਦੌਰਾਨ ਐਂਡ ਮੇਰੀ ਫਸਟ ਫਿਲਮ ਸੀਗੀ, ਮੇਬੀ ਮੈਂ ਧਿਆਨ ਹੀ ਨਹੀਂ ਦਿੱਤਾ ਜਾਂ ਮੈਨੂੰ ਉਹਨਾਂ ਗੱਲਾਂ ਦਾ ਪਤਾ ਹੀ ਨਹੀਂ ਲੱਗਿਆ। ਬਟ ਇਹ ਮਤਲਬ ਮੈਂ ਸੋਚਿਆ ਹੀ ਨਹੀਂ, ਔਰ ਨਾ ਹੀ ਮੇਰੇ ਤੱਕ ਇੱਦਾਂ ਦੀਆਂ ਗੱਲਾਂ ਪਹੁੰਚੀਆਂ, ਔਰ ਨਾ ਹੀ ਮੈਨੂੰ ਇਹ ਸੀਗਾ ਕਿ ਜੇ ਮੈਂ ਇਹਦੇ 'ਚ ਜਾਣਾ ਤਾਂ ਮੈਂ ਬਦਲ ਕੇ ਜਾਣਾ ਜਾਂ ਕੁਛ ਉਹ ਕਰਨਾ, ਕਿਉਂਕਿ ਫਿਰ ਤੁਸੀਂ ਆਪਣਾ ਕੰਮ ਹੀ ਨਹੀਂ ਕਰ ਸਕਦੇ। ਕਿਉਂਕਿ ਇਹ ਤੁਹਾਡੀ ਪ੍ਰੈਫਰੈਂਸ ਨਹੀਂ ਆ, ਇਹ ਤੁਹਾਡੇ ਕੱਪੜੇ ਤੁਹਾਡੀ ਚੋਇਸ ਹੈ, ਤੁਸੀਂ ਪਾਲੇ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਪਾਓ। ਬੇਸਿਕਲੀ ਤੁਸੀਂ ਆਪਣਾ ਕੰਮ ਕਰਨਾ ਹੈ ਨਾ। ਤਾਂ ਇਹਨੂੰ ਮੈਂ ਕੰਮ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਤਾਂ ਪ੍ਰਾਇੋਰਟੀ ਦੇ ਸਕਦੀ ਹਾਂ ਕਿ ਵੀ ਪਹਿਲਾਂ ਮੈਂ ਰੈਡੀ ਹੋਣਾ, ਮੈਂ ਇਸ ਤਰੀਕੇ ਨਾਲ ਲੱਗ ਕੇ ਕਿਤੇ ਜਾਣਾ ਹੈ ਨਾ। ਕਿਉਂਕਿ ਜੇ ਮੈਂ ਉਵੇਂ ਕਰੂੰਗੀ ਮੈਨੂੰ ਲੱਗਦਾ ਮੈਂ ਕੰਮ ਨਹੀਂ ਕਰ ਸਕੂੰਗੀ। ਇਹ ਨਾ ਇੱਕ ਸਟੀਰੀਓਟਾਈਪ ਵੀ ਆ ਕਿ ਕੁੜੀਆਂ ਨੂੰ ਸਭ ਤੋਂ ਪਹਿਲਾਂ ਤਿਆਰ ਹੋਣ ਦਾ ਹੁੰਦਾ, ਮੈਂ ਕੀ ਪਾਉਣਾ ਕੀ ਲਾਉਣਾ, ਪਰ ਇਦਾਂ ਨਹੀਂ ਹੁੰਦਾ। ਮਤਲਬ ਸਾਰਿਆਂ 'ਚ ਨਹੀਂ ਐਵੇਂ ਹੁੰਦਾ। ਮੈਨੂੰ ਇਹ ਲੱਗਦਾ ਕਿ ਕੁੜੀਆਂ 'ਚ ਵੀ ਹਰ ਤਰ੍ਹਾਂ ਦੀਆਂ ਕੁੜੀਆਂ ਨੇ ਨਾ, ਕਿਸੇ ਨੂੰ ਤਿਆਰ ਹੋਣਾ ਵਧੀਆ ਲੱਗਦਾ, ਉਹਨਾਂ ਦੀ ਚੋਇਸ ਹੈ, ਉਹਨਾਂ ਨੂੰ ਉਸ ਚੀਜ਼ ਦਾ ਉਹਨਾਂ ਪਤਾ ਹੈ, ਉਹ ਪੜ੍ਹਦੇ ਰਹਿੰਦੇ ਆ, ਉਹ ਦੇਖਦੇ ਰਹਿੰਦੇ ਆ ਉਹ ਚੀਜ਼ਾਂ ਹੈ ਨਾ। ਤਾਂ ਉਹ ਡਿਪੈਂਡ ਕਰਦਾ ਕਿ ਤੁਹਾਡੇ ਇੰਟਰਸਟ ਕਿਵੇਂ ਦੇ ਹੈ ਜਾਂ ਤੁਸੀਂ ਕਿਵੇਂ ਨਾ ਮਤਲਬ ਚੀਜ਼ਾਂ ਨੂੰ ਦੇਖਦੇ ਹੋ, ਕਿਵੇਂ ਦੇ ਤੁਹਾਨੂੰ ਕੱਪੜੇ ਪਸੰਦ ਹੈ ਨਾ। ਤਾਂ ਕੋਈ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਹੈ ਨਾ, ਕਿ ਜੇ ਤੁਸੀਂ ਕਿਸੇ ਕੰਮ 'ਚ ਜਾਣਾ ਜਾਂ ਉਹ ਕਰਨਾ ਤਾਂ ਤੁਸੀਂ ਪ੍ਰਾਈਮਰੀਲੀ ਕੱਪੜੇ ਦੇਖੋ, ਆਪਦੀ ਆਊਟਰ ਅਪੀਅਰੈਂਸ ਦੇਖੋ, ਦੈਨ ਕੰਮ ਦੇਖੋ ਹੈ ਨਾ। ਬਿਲਕੁਲ ਹਾਂ, ਤਾਂ ਇਹ ਨਹੀਂ ਹੋਣਾ ਚਾਹੀਦਾ। ਬਿਲਕੁਲ। ਸਤਿੰਦਰ ਸਰਤਾਜ ਹੋਣੀ ਕਿੱਦਾਂ ਇਨ ਹੋਏ ਨੇ ਫਿਲਮ 'ਚ? ਇਨ ਹੋਏ ਮੈਨੂੰ ਲੱਗਦਾ ਅਸੀਂ ਜਦੋਂ ਦੀਦਾਰ ਦੇ ਕੈਰੈਕਟਰ ਬਾਰੇ ਸੋਚ ਰਹੇ ਸੀਗੇ ਹੈ ਨਾ, ਤਾਂ ਅਸੀਂ ਪੰਜਾਬੀ ਇੰਡਸਟਰੀ 'ਚ ਜਿੰਨੇ ਵੀ ਅਵੇਲੇਬਲ ਫੇਸਿਸ ਹੈਗੇ ਆ, ਜਦੋਂ ਅਸੀਂ ਉਹਨਾਂ ਬਾਰੇ ਸੋਚਦੇ ਸੀਗੇ ਤਾਂ ਸੋਚਦੇ ਜਿਵੇਂ ਅਸੀਂ ਹਾਲੇ ਕਿਸੇ ਨੂੰ ਵੀ ਅਪਰੋਚ ਨਹੀਂ ਕੀਤਾ ਸੀਗਾ, ਕਿਉਂਕਿ ਅਸੀਂ ਖੁਦ ਸਾਡੇ ਮਾਈਂਡ 'ਚ ਇੱਕ ਪਿਕਚਰ ਉਵੇਂ ਬਣ ਨਹੀਂ ਪਾ ਰਹੀ ਸੀਗੀ ਨਾ ਕਿ ਕੌਣ ਸੂਟ ਕਰੂਗਾ ਉਸ ਤਰੀਕੇ ਨਾਲ। ਸਾਨੂੰ ਥੋੜ੍ਹਾ ਜ਼ੋਰ ਲੱਗ ਰਿਹਾ ਸੀਗਾ, ਅੱਛਾ ਇਹ ਹੋ ਸਕਦਾ, ਇਹ ਹੋ ਸਕਦਾ, ਤਾਂ ਅਸੀਂ ਹੋ ਸਕਦਾ ਵਾਲੇ ਨੋਸ਼ਨ 'ਤੇ ਸੀਗੇ ਹੈ ਨਾ ਜਦੋਂ ਗੱਲ ਕਰਦੀ ਸੀ। ਐਂਡ ਜਦੋਂ ਸਰਤਾਜ ਸਰ ਦੀ ਗੱਲ ਹੋਈ ਤਾਂ ਵੀ ਆਰ ਲਾਈਕ ਕਿ ਉਹ ਤਾਂ ਡੈਫੀਨੇਟਲੀ ਹੋ ਸਕਦੇ, ਬਟ ਉਹ ਮੰਨਣਗੇ ਜਾਂ ਉਹ ਕਿਵੇਂ ਕਰਨਗੇ ਹੈ ਨਾ। ਤਾਂ ਉਹ ਚੀਜ਼ ਹੋ ਗਈ। ਐਂਡ ਮਤਲਬ ਉਹ ਇਹ ਹੈ ਕਿ ਅਸੀਂ ਕਾਊਂਟ ਕਰਦੇ ਜਿਵੇਂ ਜਦੋਂ ਸੋਚਿਆ ਹੈ ਨਾ, ਤਾਂ ਸਾਨੂੰ ਇਹ ਸੀਗਾ ਕਿ ਯਾਰ ਉਹ ਸੂਟ ਤਾਂ 100% ਕਰ ਰਹੇ ਆ, ਮਤਲਬ ਉਹਨਾਂ ਦਾ ਹੀ ਕੈਰੈਕਟਰ ਹੈ ਨਾ। ਬਟ ਹੁਣ ਦੇਖਦੇ ਹਾਂ ਕਿ ਉਹਨਾਂ ਨੂੰ ਕਿਵੇਂ ਲੱਗਦਾ ਹੈ ਨਾ। ਦੈਨ ਉਹਨਾਂ ਨੂੰ ਅਪਰੋਚ ਕੀਤਾ, ਤਾਂ ਮਤਲਬ ਮੈਂ ਸਕ੍ਰਿਪਟ ਸੁਣਾਉਣ ਉਹਨਾਂ ਨੂੰ ਗਈ, ਤਾਂ ਮਤਲਬ ਉਹ ਫਸਟ ਟਾਈਮ ਉਹਨਾਂ ਨੇ ਉਦੋਂ ਹੀ ਹਾਂ ਕਰਤੀ ਸੀ ਕਿ ਆਈ ਮੀਨ ਕਿ ਮੈਂ ਇਹ ਫਿਲਮ ਕਰ ਰਿਹਾ ਹਾਂ। ਤਾਂ ਇਸ ਤਰੀਕੇ ਨਾਲ ਮੈਨੂੰ ਲੱਗਦਾ ਕਿ ਉਹ ਅਸੀਂ ਜਿਹੜੀ ਪੋਸੀਬਿਲਿਟੀਜ਼ ਸੀਗੀਆਂ ਉਹਨਾਂ 'ਚੋਂ ਜਿਹੜੀ ਬੈਸਟ ਪੋਸੀਬਿਲਿਟੀ ਸਰਤਾਜ ਸਰ ਹੀ ਸੀਗੇ, ਬਟ ਉਹਨਾਂ ਦੀ ਚੋਇਸ 'ਤੇ ਸੀਗਾ। ਬਟ ਉਹਨਾਂ ਨੇ ਜਦੋਂ ਹਾਂ ਕਰਤੀ ਤਾਂ ਫਿਰ ਉਹ ਚੀਜ਼ਾਂ ਈਜ਼ੀ ਹੋ ਗਈਆਂ। ਤੇ ਇਹ ਸਕਰੀਨ ਪਲੇ ਵੀ ਤੁਸੀਂ ਕੀਤਾ ਨਾ? ਹਾਂਜੀ। ਇਹ ਸਕਰੀਨ ਪਲੇ ਮੈਂ ਹੀ ਕੀਤਾ, ਬਟ ਇਹਦੇ 'ਚ ਦਾਦੂ ਮੇਰੇ ਨਾਲ ਰਹੇ ਹੈ ਥਰੂ ਆਊਟ। ਮਤਲਬ ਜਿੰਨਾ ਅਸੀਂ ਕੰਮ ਕੀਤਾ ਸਾਰੇ ਉਹਨਾਂ ਦੀ ਸੁਪਰਵਿਜ਼ਨ ਸੀਗੀ, ਕਿਉਂਕਿ ਮੇਰਾ ਫਸਟ ਟਾਈਮ ਸੀਗਾ। ਮੈਂ ਖੁਦ ਮਤਲਬ ਉਹਨਾਂ ਨੂੰ ਕਿ ਤੁਸੀਂ ਮੈਨੂੰ ਦੱਸੋ ਜਾਂ ਇਹ ਕਿਵੇਂ ਹੈ, ਇੱਕ ਸੀਨ 'ਤੇ ਅਸੀਂ ਡਿਸਕਸ ਕੀਤਾ, ਉਹ ਮੇਰੇ ਨਾਲ ਰਹੇ, ਉਹਨਾਂ ਨੇ ਮੈਨੂੰ ਦੱਸਿਆ, ਗਾਈਡ ਕੀਤਾ। ਐਂਡ ਉਹਨਾਂ ਦੇ ਸੁਜੈਸ਼ਨਸ, ਉਹਨਾਂ ਦੀਆਂ ਇਨਸਾਈਟਸ, ਉਹਨਾਂ ਦੀਆਂ ਇਨਪੁਟਸ ਨੇ ਬਹੁਤ ਮੈਨੂੰ ਹੈਲਪ ਕੀਤਾ। ਬਿਲਕੁਲ। ਤੇ ਜਿੰਨੇ ਵੀ ਭੈਣੇ ਗਾਣੇ ਆਏ ਨੇ ਹਲੇ ਤੱਕ, ਉਹ ਸਾਰੇ ਗਾਣੇ ਸਰਤਾਜ ਹੋਰਾਂ ਦੇ ਲਿਖੇ ਹੋਏ ਨੇ। ਤੇ ਇਹ ਕੌਨਸ਼ੀਅਸ ਡਿਸੀਜਨ ਸੀਗਾ ਕਿ ਜਿੰਨੇ ਵੀ ਗੀਤ ਗਾਉਣੇ ਨੇ ਤਾਂ ਲਿਖੇ ਵੀ ਉਹਨਾਂ ਦੇ ਹੀ ਹੋਣਗੇ? ਨਹੀਂ, ਹਾਲਾਂਕਿ ਗੀਤ ਆਇਆ ਨਹੀਂ ਹੈਗਾ, ਬਟ ਇੱਕ ਗੀਤ ਫਿਲਮ 'ਚ ਮੈਂ ਵੀ ਲਿਖਿਆ। ਠੀਕ ਹੈ।
ਤਾਂ ਇਹ ਕੌਨਸ਼ੀਅਸ ਚੁਆਇਸ ਨਹੀਂ ਸੀਗੀ, ਬਟ ਇਹ ਹੁੰਦਾ ਕਿ ਜਿਵੇਂ ਲਿਰਿਕਸ 'ਚ ਮੈਨੂੰ ਲੱਗਦਾ ਕਿ ਸਰਤਾਜ ਸਰ ਦਾ ਕੋਈ ਵੀ ਸਾਡੇ ਕੋਲੇ ਸਬਸਟੀਟਿਊਟ ਨਹੀਂ ਹੈਗਾ, ਕੋਈ ਵੀ ਸਾਡੇ ਕੋਲੇ ਬੈਟਰ ਆਪਸ਼ਨ ਨਹੀਂ ਹੈਗੀ। ਜੇ ਸਰਤਾਜ ਸਰ ਫਿਲਮ 'ਚ ਨੇ, ਤੁਹਾਡੇ ਕੋਲੇ ਇੰਨਾ ਅੱਛਾ ਲਿਰਿਸਿਸਟ ਐਂਡ ਸਿੰਗਰ ਹੈ ਕਿ ਤੁਹਾਨੂੰ ਤਾਂ ਦੇਖਣ ਦੀ ਲੋੜ ਹੀ ਨਹੀਂ ਹੈ ਨਾ ਕਿਤੇ ਹੋਰ। ਤਾਂ ਉਹਨਾਂ ਨਾਲ ਜਸਟ ਅਸੀਂ ਸਿਚੁਏਸ਼ਨ ਡਿਸਕਸ ਕੀਤੀਆਂ ਆਪਣੀਆਂ, ਹੈ ਨਾ, ਜਾਂ ਜੋ ਵੀ, ਐਂਡ ਉਹਨਾਂ ਦੇ ਲਿਰਿਕਸ ਤੋਂ ਪਾਰ ਜਾਣਾ ਲਾਈਕ ਉਹ ਪੋਸੀਬਿਲਿਟੀ ਨਹੀਂ ਸੀਗੀ, ਹੈ ਨਾ, ਕਿ ਸਾਨੂੰ ਇਦੋਂ ਬੈਟਰ ਲਿਰਿਕਸ ਜਾਂ ਸਿੰਗਰ ਕੋਈ ਮਿਲ ਸਕਦਾ। ਤੇ ਇਸ ਕਰਕੇ ਉਹ ਉੱਥੇ ਹੀ ਸਾਡੀ ਜਿਹੜੀ ਰਿਕੁਆਇਰਮੈਂਟ ਮਤਲਬ ਪੂਰੀ ਹੋ ਗਈ, ਮਤਲਬ ਉਮੀਦ ਤੋਂ ਵੱਧ ਪੂਰੀ ਹੋ ਗਈ, ਹੈ ਨਾ। ਬਟ ਫਿਰ ਇੱਕ ਗੀਤ ਸੀਗਾ ਜਿਹੜਾ ਸਾਨੂੰ ਕੁੜੀਆਂ ਦਾ ਗੀਤ ਚਾਹੀਦਾ ਸੀਗਾ। ਅੱਛਾ। ਤਾਂ ਉਹਦੇ 'ਚ ਫਿਰ ਉਹ ਦਾਦੂ ਨੂੰ ਲੱਗਿਆ ਕਿ ਤੂੰ ਲਿਖ ਲੈ, ਦੇਖ ਲੈ, ਮਤਲਬ ਉਹ ਥੋੜ੍ਹਾ ਜਿਹਾ ਆਏਗਾ ਫਿਲਮ ਦੇ ਵਿੱਚ, ਬਟ ਉਹ ਸਾਨੂੰ ਇਹ ਲੱਗਦਾ ਸੀ ਕਿ ਸਰਤਾਜ ਸਰ ਆਪਣਾ ਕੰਮ ਕਰ ਰਿਹਾ, ਬਿਜ਼ੀ ਸੀਗੇ, ਜਾਂ ਹੋਰ ਉਹਦੇ ਜਿੰਨਾ ਵੀ ਸੀਗਾ, ਇੱਕ ਉਹ ਕੁੜੀਆਂ ਦਾ ਗੀਤ ਸੀਗਾ, ਹੈ ਨਾ। ਤਾਂ ਉਹ ਫਿਰ ਦਾਦੂ ਨੇ ਮੈਨੂੰ ਕਿਹਾ, ਮੈਂ ਲਿਖਿਆ, ਉਹਨਾਂ ਨੂੰ ਠੀਕ ਲੱਗਿਆ। ਤਾਂ ਉਹ ਫਿਰ ਇੱਕ ਗੀਤ ਉਹ ਮੇਰਾ ਲਿਖਿਆ ਹੋਇਆ ਵੀ ਹੈ ਫਿਲਮ 'ਚ। ਅਦਰਵਾਈਜ਼ ਮਤਲਬ ਮੈਂ ਸੋਚਦੀ ਨਹੀਂ ਸੀਗੀ ਵੀ, ਮੈਂ ਤਾਂ ਕੀ ਮਤਲਬ, ਮੈਨੂੰ ਲੱਗਦਾ ਕੋਈ ਵੀ ਨਹੀਂ ਸਾਡੇ 'ਚ ਸੋਚਦਾ ਸੀਗਾ ਸਰਤਾਜ ਸਰ ਦੇ ਹੁੰਦਿਆਂ ਸਾਨੂੰ ਲਿਰਿਕਸ ਲਈ ਜਾਂ ਸਿੰਗਿੰਗ ਲਈ ਕਿਸੇ ਹੋਰ ਦੀ ਲੋੜ ਪਊਗੀ। ਬਿਲਕੁਲ ਸਹੀ। ਹਾਂਜੀ। ਤੇ ਜਦੋਂ ਇਹ ਫਿਲਮ ਹੁਣ ਪੂਰੀ ਬਣ ਕੇ ਤਿਆਰ ਆ, ਸਿਨੇਮਾ ਘਰਾਂ 'ਚ ਲੱਗ ਗਈ ਆ, ਹਾਂਜੀ, ਤਾਂ ਜਦੋਂ ਤੁਸੀਂ ਇਹਦਾ ਫਾਈਨਲ ਕੱਟ ਵੀ ਦੇਖਿਆ ਹੋਣਾ, ਹਾਂਜੀ, ਤੇ ਜਿਸ ਦਿਨ ਤੁਸੀਂ ਆਪਣੀ ਕਹਾਣੀ ਲਿਖ ਕੇ ਮੁਕੰਮਲ ਕੀਤੀ ਸੀਗੀ, ਉਹਨਾਂ ਦੋਨਾਂ ਦਿਨਾਂ ਦੀ ਫੀਲਿੰਗ ਸੇਮ ਸੀ? ਨਹੀਂ, ਸੇਮ ਨਹੀਂ ਸੀਗੀ। ਜਦੋਂ ਮੈਂ ਸਕ੍ਰਿਪਟ ਲਿਖੀ, ਅਸੀਂ ਪਹਿਲਾਂ ਸਟੋਰੀ ਲਿਖੀ, ਫਿਰ ਸਕ੍ਰਿਪਟ ਲਿਖੀ, ਉਹਨੂੰ ਕੰਪਲੀਟ ਕੀਤਾ, ਤਾਂ ਜਿਹੜੀ ਇੱਕ ਇਮੈਜੀਨੇਸ਼ਨ ਹੁੰਦੀ ਹੈ, ਹੈ ਨਾ, ਤੁਹਾਡੀ, ਤਾਂ ਮੈਂ ਸਟੋਰੀ ਮੇਰੀ ਇਮੈਜੀਨੇਸ਼ਨ 'ਚ ਵਿਚਰ ਰਹੀ ਸੀਗੀ, ਹੈ ਨਾ। ਮੈਂ ਉਹਨੂੰ ਸਾਰਾ ਇਮੈਜਿਨ ਕਰਕੇ ਦੇਖ ਰਹੀ ਸੀ, ਐਂਡ ਫਿਰ ਦੈਨ ਮੈਂ ਸ਼ੂਟ ਹੁੰਦਾ ਦੇਖਿਆ, ਹੈ ਨਾ, ਕਿ ਓਕੇ ਜੋ ਅਸੀਂ ਲਿਖਿਆ, ਜੋ ਮੈਂ ਲਿਖਿਆ ਉਹ ਸੀਨਸ, ਅੱਛਾ ਜਦੋਂ ਉਹਨੂੰ ਐਗਜ਼ੀਕਿਊਟ ਕਰਦੇ ਹਾਂ ਅਸੀਂ, ਤਾਂ ਉਹ ਕਿਵੇਂ ਹੋ ਰਿਹਾ, ਕਿ ਉਹਨਾਂ 'ਚ ਥੋੜ੍ਹਾ ਬਹੁਤ ਡਿਫਰੈਂਸ ਵੀ ਹੁੰਦਾ, ਕੁਛ ਚੀਜ਼ਾਂ ਐਡ ਔਨ ਹੁੰਦੀਆਂ, ਕੁਛ ਕੱਟ ਹੋ ਜਾਂਦੀਆਂ, ਹੈ ਨਾ। ਐਂਡ ਜਦੋਂ ਮੈਂ ਮਤਲਬ ਫਿਲਮ ਪੂਰੀ ਬਣ ਕੇ ਦੇਖੀ ਜਾਂ ਉਹ ਦੇਖੀ, ਤਾਂ ਓਬਵੀਅਸਲੀ ਉਦੋਂ ਜਿਹੜੀ ਮੇਰੀ ਫੀਲਿੰਗ ਸੀ, ਮੈਨੂੰ ਲੱਗਿਆ ਕਿ ਜਿੰਨਾ ਮੈਂ ਲਿਖਿਆ ਸੀ ਉਸ ਤੋਂ ਵੱਧ ਐਗਜ਼ੀਕਿਊਸ਼ਨ 'ਚ ਮੈਨੂੰ ਮਿਲਿਆ। ਮਤਲਬ ਕਿ ਉਹ ਸਿਰਫ ਲਿਖ ਕੇ ਉਹ ਨਹੀਂ ਹੋ ਸਕਦਾ ਸੀ ਜੋ ਮੈਂ ਪਰਦੇ 'ਤੇ ਦੇਖ ਰਹੀ ਹਾਂ। ਮਤਲਬ ਇਹ ਇੱਕ ਜਾਦੂ ਹੈ, ਮਤਲਬ ਇਹਦੇ 'ਚ ਮੇਰੀ ਸਟੋਰੀ 'ਚ ਇੱਕ ਜਾਦੂ ਪੈ ਗਿਆ, ਹੈ ਨਾ, ਕਿ ਇੱਕ ਮਿਰੇਕਲ ਹੋ ਗਿਆ। ਮਤਲਬ ਉਹ ਜਿਹੜੇ ਐਲੀਮੈਂਟਸ ਮਿਊਜ਼ਿਕ ਐਡ ਕਰਦਾ, ਐਡੀਟਿੰਗ ਐਡ ਕਰਦੀ ਹੈ, ਐਕਟਿੰਗ ਐਡ ਕਰਦੀ ਹੈ ਨਾ, ਡਾਇਰੈਕਸ਼ਨ ਐਡ ਕਰਦੀ ਹੈ, ਤਾਂ ਮੈਨੂੰ ਲੱਗਿਆ ਕਿ ਦਾਦੂ ਨੇ ਉਹਨੂੰ ਮਤਲਬ ਬਹੁਤ ਜ਼ਿਆਦਾ ਐਡ ਕਰਕੇ ਮਤਲਬ ਮੈਨੂੰ ਦਿੱਤਾ, ਕਿ ਉਹਨੂੰ ਇੰਨੀ ਕਲਰਫੁਲ, ਮਤਲਬ ਹਰ ਤਰ੍ਹਾਂ ਦਾ ਕਲਰ ਜਿਹੜਾ ਮੇਰੇ ਸਾਹਮਣੇ ਸੀਗਾ, ਜੋ ਮੈਂ ਇਮੈਜਿਨ ਕਰਦੀ ਸੀ, ਮਤਲਬ ਮੇਰੀ ਇਮੈਜੀਨੇਸ਼ਨ ਤੋਂ ਕਿਤੇ ਜ਼ਿਆਦਾ ਖੂਬਸੂਰਤ ਮੈਂ ਕਹਿ ਸਕਦੀ ਹਾਂ ਕਿ ਉਹ ਬਣੀ ਹੋਈ। ਜਦੋਂ ਫਿਲਮ ਮੈਂ ਦੇਖੀ, ਮੇਰੀ ਇਮੈਜੀਨੇਸ਼ਨ ਤੋਂ ਵੀ ਪਾਰ ਦੀ ਫਿਲਮ ਜਿਹੜੀ ਹੈਗੀ ਹੈ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇੱਕ ਕਹਾਣੀ ਨੂੰ ਚੰਗਾ ਡਾਇਰੈਕਟਰ ਮਿਲਣਾ ਵੀ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਐਗਜ਼ੀਕਿਊਸ਼ਨ ਤੋਂ ਬਿਨਾਂ ਸਟੋਰੀ ਕੁਛ ਵੀ ਨਹੀਂ, ਹੈ ਨਾ। ਫਿਲਮ ਸਟੋਰੀ ਤਾਂ ਬਿਲਕੁਲ ਹੀ ਕੁਛ ਨਹੀਂ ਹੈਗੀ, ਕਿ ਚੀਜ਼ਾਂ ਐਗਜ਼ੀਕਿਊਟ ਕਿਸ ਤਰੀਕੇ ਨਾਲ ਹੁੰਦੀਆਂ, ਤਾਂ ਉਹਦੇ ਲਈ ਡਾਇਰੈਕਟਰ ਤੋਂ ਵੱਡਾ ਹੋਰ ਕੋਈ ਨਹੀਂ ਹੁੰਦਾ। ਬਿਲਕੁਲ ਬਿਲਕੁਲ, ਉਹਨਾਂ ਦਾ ਵਿਜ਼ਨ ਹੈ ਜਿਹੜਾ, ਉਹਨੇ ਮਤਲਬ ਮੇਰੀ ਸਟੋਰੀ ਨੂੰ ਵੱਡਾ ਕੀਤਾ, ਹੈ ਨਾ। ਤਾਂ ਉਹ ਚੀਜ਼ ਮੇਰੇ ਲਈ ਖੁਸ਼ੀ ਦੀ ਗੱਲ ਸੀਗੀ ਕਿ ਯਾਰ ਕਿਸੇ ਵੀ ਚੀਜ਼ 'ਤੇ ਮੈਨੂੰ ਇਹ ਨਹੀਂ ਫੀਲ ਹੋ ਰਿਹਾ ਕਿ ਯਾਰ ਇੱਥੇ ਥੋੜ੍ਹੀ ਕਮੀ ਰਹਿ ਗਈ, ਅਸੀਂ ਨੇ ਐਵੇਂ ਹੋ ਸਕਦਾ ਸੀ। ਹਾਲਾਂਕਿ ਉਹਨਾਂ ਦੇ ਵਿਜ਼ਨ ਨੇ ਚੀਜ਼ਾਂ ਐਡ ਔਨ ਕੀਤੀਆਂ, ਹੈ ਨਾ। ਤਾਂ ਉਹ ਖੁਸ਼ੀ ਦੀ ਗੱਲ ਸੀ ਮੇਰੇ ਲਈ ਕਿ ਮੇਰੀ ਪਹਿਲੀ ਸਟੋਰੀ ਨੂੰ ਇਸ ਤਰੀਕੇ ਦਾ ਟਰੀਟਮੈਂਟ ਮਿਲਿਆ, ਔਰ ਇਸ ਸਟੋਰੀ ਨੂੰ ਮਤਲਬ ਜੋ ਇੰਨੀ ਸੈਂਸਿਟਿਵ ਆ, ਇੰਨੀ ਰਿਲੇਟੇਬਲ ਆ, ਹੈ ਨਾ, ਇੰਨੀ ਮਤਲਬ ਲੋਕਾਂ ਨਾਲ ਕਨੈਕਟ ਕਰਨ ਵਾਲੀ ਆ, ਅਤੇ ਇਹਦੇ 'ਚ ਸੀ ਯਾਰ ਕੋਈ ਵੀ ਐਲੀਮੈਂਟ ਛੁੱਟ ਨਾ ਜਾਵੇ, ਹੈ ਨਾ। ਬਿਲਕੁਲ। ਤਾਂ ਉਹ ਜਿਹੜੀ ਇੱਕ ਫਿਕਰ ਸੀਗੀ, ਜਾਂ ਮਤਲਬ ਉਹ ਦਾਦੂ ਨਾਲ ਕੰਮ ਕਰਕੇ ਸਗੋਂ ਤੁਸੀਂ ਰਿਲੈਕਸ ਹੋਗੇ ਕਿ ਦਾਦੂ ਤੁਹਾਡੇ ਨਾਲ ਵੱਧ ਸੋਚ ਕੇ ਕਰਨਗੇ, ਹੈ ਨਾ, ਚੀਜ਼ਾਂ ਨੂੰ, ਤਾਂ ਉਹ ਚੀਜ਼ ਦੀ ਬਹੁਤ ਮੈਨੂੰ ਸੈਟਿਸਫੈਕਸ਼ਨ ਸੀਗੀ। ਬਿਲਕੁਲ। ਹਰਿੰਦਰ, ਜਿਵੇਂ ਬਹੁਤ ਸਾਰੀਆਂ ਕੁੜੀਆਂ ਤੁਹਾਡੀ ਇੰਟਰਵਿਊ ਦੇਖਦਿਆਂ ਹੋਇਆਂ ਸੋਚ ਰਹੀਆਂ ਹੋਣਗੀਆਂ, ਜਾਂ ਜਿਨ੍ਹਾਂ ਨੇ ਕਦੇ ਸੋਚਿਆ ਹੋਣਾ ਕਿ ਅਸੀਂ ਵੀ ਇਸ ਫੀਲਡ ਦੇ ਨਾਲ ਜੁੜ ਸਕਦੇ ਹਾਂ, ਹਾਂਜੀ, 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 ਜਾਂ ਸਿਨੇਮਾ ਰਾਈਟਿੰਗ ਦੇ ਵਿੱਚ ਤੁਸੀਂ ਆ ਸਕਦੇ ਹੋ, ਫਿਲਮ ਰਾਈਟਿੰਗ ਤੁਸੀਂ ਆ ਸਕਦੇ ਹੋ, ਉਹਨਾਂ ਕੁੜੀਆਂ ਦੇ ਲਈ ਮੈਂ ਕਹਿੰਦੀ ਕੋਈ ਸਟਾਰਟਿੰਗ ਟਿਪ ਤੁਸੀਂ ਦੇਣਾ ਚਾਹੁੰਦੇ ਹੋ? ਸਟਾਰਟਿੰਗ ਟਿਪ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਕਹੂੰਗੀ ਕਿ ਕਦੇ ਵੀ ਆਪਣੇ ਡਰੀਮਸ ਨੂੰ ਲਿਮਿਟ ਨਹੀਂ ਕਰਨਾ, ਮਤਲਬ ਸੁਪਨੇ ਦੇਖਣ ਨੂੰ ਲਿਮਿਟ ਨਹੀਂ ਕਰਨਾ। ਕਿਉਂਕਿ ਮੇਰੇ ਨਾਲ ਮੈਂ ਆਪਦੀ ਐਗਜ਼ਾਮਪਲ ਦੇ ਕੇ ਗੱਲ ਕਰੂੰਗੀ ਕਿ ਸ਼ੁਰੂ ਤੋਂ ਮੈਨੂੰ ਫਿਲਮਸ ਬਹੁਤ ਪਸੰਦ ਸੀ। ਜੇ ਕੋਈ ਮੇਰੀ ਲਾਈਫ ਦੀ ਫਸਟ ਅਟਰੈਕਸ਼ਨ ਹੈ ਜਾਂ ਫਸਟ ਕ੍ਰਸ਼ ਆ, ਤਾਂ ਮੈਂ ਉਹ ਟੀਵੀ ਨੂੰ ਕਹੂੰਗੀ, ਫਿਲਮਸ ਨੂੰ ਕਹੂੰਗੀ, ਹੈ ਨਾ। ਮੈਨੂੰ ਇੰਨਾ ਕੁ ਪਸੰਦ ਸੀ ਕਿ ਮੈਂ ਸਾਰਾ ਟਾਈਮ ਦਿਨ ਰਾਤ ਕੁਛ ਵੀ ਦੇਖ ਸਕਦੀ ਸੀ, ਨਿਊਜ਼ ਜੋ ਵੀ ਆ ਰਿਹਾ, ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਮੈਨੂੰ ਕਿੰਨਾ ਕੁਛ ਪਤਾ ਚੱਲ ਰਿਹਾ ਇਸ ਚੀਜ਼ ਤੋਂ, ਨਾ, ਨੌਲੇਜ ਐਂਡ ਉਹ ਹਰ ਤਰ੍ਹਾਂ ਦਾ ਇੱਕ ਮਤਲਬ ਮੈਨੂੰ ਉਹਦੇ 'ਚੋਂ ਮਿਲਦਾ ਸੀਗਾ। ਐਂਡ ਮੈਨੂੰ ਬਹੁਤ ਸ਼ੌਂਕ ਸੀ, ਐਂਡ ਮੈਂ ਉਦੋਂ ਤੋਂ ਉਹਨੂੰ ਮਾਈਨਿਊਟਲੀ ਅਬਜ਼ਰਵ ਕਰਨਾ ਸ਼ੁਰੂ ਕੀਤਾ ਮੀਡੀਅਮ ਨੂੰ, ਨਾ, ਕਿ ਇਹਦੇ 'ਚ ਕੀ ਕੀ ਚੀਜ਼ਾਂ ਵਰਕ ਕਰਦੀਆਂ, ਕਿਵੇਂ ਇਹ ਪਿਕਚਰ ਜਾਂ ਇਹ ਸਭ ਕੁਛ ਪੋਸੀਬਲ ਹੋ ਰਿਹਾ
ਮੇਰੇ ਤੱਕ ਪਹੁੰਚ ਰਿਹਾ ਹੈ ਨਾ। ਐਂਡ ਉਸ ਤੋਂ ਬਾਅਦ ਕੀ ਸੀਗਾ ਕਿ ਜਦੋਂ ਤੁਸੀਂ ਆਪਦੇ ਕਰੀਅਰ ਦੀ ਚੁਆਇਸ ਕਰਨੀ ਹੈ ਜਾਂ ਜੋ ਵੀ ਕਰਨੀ ਹੈ ਤਾਂ ਤੁਹਾਡੇ ਪੈਰੈਂਟਸ ਵੀ ਹੈ, ਸੋਸਾਇਟੀ ਵੀ ਹੈ ਨਾ, ਤਾਂ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਯਾਰ ਕੁੜੀਆਂ ਲਈ ਕਿ ਤੁਸੀਂ ਥੋੜ੍ਹਾ ਜਿਹਾ ਨਾ ਇੱਕ ਵਾਰੀ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣ ਵਾਲਾ ਕਰੀਅਰ ਲਈ ਕੁਆਲੀਫਿਕੇਸ਼ਨ ਪੂਰੀ ਕਰ ਲਓ, ਦੈਨ ਤੁਸੀਂ ਦੇਖ ਲਓ ਹੈ ਨਾ। ਐਂਡ ਜਦੋਂ ਮੈਂ ਮਤਲਬ ਗ੍ਰੈਜੂਏਸ਼ਨ ਕਰਨੀ ਸੀ, ਮਾਸਟਰਸ ਕਰਨੀ ਸੀ, ਉਦੋਂ ਤੱਕ ਤਾਂ ਬਿਲਕੁਲ ਮਤਲਬ ਇਹ ਮੇਰਾ ਡਰੀਮ ਮੇਰੇ ਦਿਲ 'ਚ ਸੀਗਾ ਕਿ ਯਾਰ ਮੈਂ ਫਿਲਮਸ 'ਚ ਕੁਛ ਕਰਨਾ ਚਾਹੁੰਦੀ ਹਾਂ ਹੈ ਨਾ। ਉਦੋਂ ਤੱਕ ਰਾਈਟਿੰਗ ਮੇਰੇ ਮਾਈਂਡ 'ਚ ਨਹੀਂ ਸੀਗਾ, ਉਹ ਮੈਂ ਹੌਲੀ ਹੌਲੀ ਫਿਗਰ ਆਊਟ ਕੀਤਾ ਹੈ ਨਾ ਕਿ ਮੈਂ ਕਿਸ ਫੀਲਡ 'ਚ ਜਾਣਾ ਚਾਹੁੰਦੀ ਹਾਂ। ਤਾਂ ਉਹ ਹੌਲੀ ਹੌਲੀ ਚਲੋ ਮੈਂ ਇੰਗਲਿਸ਼ 'ਚ ਆ ਗਈ ਤਾਂ ਉਹ ਇੰਨਾ ਵਾਸਟ ਸਬਜੈਕਟ ਹੈ ਕਿ ਉਹਦੇ 'ਚ ਮੈਨੂੰ ਸਭ ਕੁਛ ਹੀ ਮਿਲ ਗਿਆ ਹੈ ਨਾ। ਮੈਂ ਉਹਦੇ 'ਚ ਸਿੱਖਿਆ ਬਹੁਤ ਹੈ। ਜੇ ਮੈਂ ਇੱਥੇ ਬੈਠੀ ਹਾਂ ਤਾਂ ਮੇਰੇ ਸਬਜੈਕਟ ਦਾ ਬਹੁਤ ਜ਼ਿਆਦਾ ਰੋਲ ਹੈ ਇਸ ਚੀਜ਼ ਦੇ ਵਿੱਚ ਹੈ ਨਾ। ਐਂਡ ਬਟ ਜਦੋਂ ਮੈਂ ਐਮਫਿਲ ਕਰਨੀ ਸੀਗੀ ਉਦੋਂ ਮੇਰੇ ਕੋਲ ਇੱਕ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਟਰਨਿੰਗ ਪੁਆਇੰਟ ਸੀ। ਅਤੇ ਉਦੋਂ ਮਤਲਬ ਮੈਂ ਟੀਚਿੰਗ ਵਾਲੇ ਉਹਦੇ 'ਚ ਵੀ ਜਾ ਸਕਦੀ ਸੀ, ਉਹ ਵੀ ਕਰ ਸਕਦੀ ਸੀ, ਬਟ ਮੈਨੂੰ ਲੱਗਿਆ ਕਿ ਯਾਰ ਉਦੋਂ ਤੱਕ ਮੈਨੂੰ ਇਹ ਫਿਗਰ ਆਊਟ ਹੋ ਗਿਆ ਸੀਗਾ ਕਿ ਯਾਰ ਮੈਂ ਫਿਲਮਸ 'ਚ ਜਾਂ ਇਸ ਚੀਜ਼ 'ਚ ਹੀ ਜਾਣਾ ਹੈ, ਮਤਲਬ ਰਾਈਟਿੰਗ 'ਚ ਮਤਲਬ ਮੈਂ ਜਾਣਾ ਹੈ ਨਾ। ਤਾਂ ਫਿਰ ਮੈਂ ਐਮਫਿਲ ਇਸ ਲਈ ਚੂਜ਼ ਕੀਤੀ ਕਿ ਯਾਰ ਮੈਂ ਫਿਲਮਸ 'ਤੇ ਡੈਜ਼ੀਟੇਸ਼ਨ ਲਿਖੂੰਗੀ। ਅੱਛਾ। ਐਂਡ ਦੈਨ ਸਾਡੇ ਇੱਕ ਟੀਚਰ ਸੀਗੇ, ਉਹਨਾਂ ਦੀ ਗੱਲ ਹਮੇਸ਼ਾ ਮੇਰੇ ਮਾਈਂਡ 'ਚ ਰਹਿੰਦੀ ਸੀ ਕਿ ਜੋ ਚੀਜ਼ ਤੁਹਾਨੂੰ ਪਸੰਦ ਹੈ, ਤੁਸੀਂ ਕਰਨਾ ਚਾਹੁੰਦੇ ਹੋ, ਇੱਕ ਵਾਰ ਉਹਨੂੰ ਆਪਣਾ 100% ਦੇ ਕੇ ਦੇਖੋ। ਬਿਲਕੁਲ। ਤਾਂ ਉਦੋਂ ਮੈਂ ਇਸ ਮੀਡੀਅਮ ਨੂੰ ਆਪਦਾ 100% ਦਿੱਤਾ ਕਿ ਖਾਣ ਪੀਣ ਸੌਣ ਤੋਂ ਬਿਨਾਂ ਮੇਰੇ ਕੋਲ ਸਭ ਕੁਝ ਫਿਲਮ ਸੀ। ਉੱਠਣਾ ਫਿਲਮਸ, ਲੰਚ ਵੀ ਫਿਲਮਸ, ਨਾ ਡਿਨਰ ਵੀ ਫਿਲਮਸ, ਨਾ ਮੈਂ ਸਿਰਫ ਵਾਕ ਕਰਨ ਜਾਂਦੀ ਸੀਗੀ। ਉਹ 2-3 ਸਾਲ ਮੈਂ ਬਸ ਦੇਖਿਆ, ਪੜ੍ਹਿਆ, ਲਿਖਿਆ, ਸਭ ਕੁਝ ਫਿਲਮਸ ਬਾਰੇ। ਐਂਡ ਉਵੇਂ ਉਵੇਂ ਤੁਸੀਂ ਕਲੀਅਰ ਵੀ ਹੁੰਦੇ ਜਾਂਦੇ ਹੋ ਕਿ ਸਿਰਫ ਤੁਹਾਡਾ ਫਤੂਰ ਨਹੀਂ, ਤੁਸੀਂ ਇਹ ਚੀਜ਼ ਸੱਚੀ ਕਰਨਾ ਚਾਹੁੰਦੇ ਹੋ, ਤੁਹਾਡਾ ਮਨ ਹੈ ਇਹਦੇ 'ਚ ਹੈ ਨਾ। ਤੁਸੀਂ ਇਹਦੇ 'ਚ ਬਹੁਤ ਤੁਹਾਡਾ ਦਿਮਾਗ, ਤੁਹਾਡੀ ਇਮੈਜੀਨੇਸ਼ਨ ਅੱਗੇ ਲੰਘਦੀ ਹੈ ਨਾ। ਤਾਂ ਜਿਹੜੀਆਂ ਕੁੜੀਆਂ ਹੋਰ ਇਸ ਫੀਲਡ 'ਚ ਮਤਲਬ ਆਉਣਾ ਚਾਹੁੰਦੀਆਂ ਨੇ ਜਾਂ ਜੋ ਵੀ ਹੈ, ਤਾਂ ਮੈਂ ਉਹਨਾਂ ਨੂੰ ਇਹੀ ਕਹੂੰਗੀ ਕਿ ਹਾਰਡ ਵਰਕ ਦਾ ਕੋਈ ਸਬਸਟੀਚਿਊਟ ਨਹੀਂ। ਜੋ ਵੀ ਤੁਸੀਂ ਇਸ ਫੀਲਡ 'ਚ ਕਰਨਾ ਚਾਹੁੰਦੇ ਹੋ ਉਹਦੇ ਲਈ ਹਾਰਡ ਵਰਕ ਕਰੋ, ਕਲੀਅਰ ਰਹੋ, ਆਪਦੇ ਡਰੀਮ ਨੂੰ ਕਦੇ ਵੀ ਲਿਮਿਟ ਨਾ ਕਰੋ, ਉਹਨੂੰ ਆਪਣੇ ਮਨ ਦੇ ਵਿੱਚ ਰੱਖੋ। ਬਟ ਜਦੋਂ ਵੀ ਤੁਸੀਂ ਆਓ ਤਾਂ ਮੇਕ ਸ਼ੋਰ ਕਿ ਤੁਸੀਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਹੋ, ਤੁਹਾਡੀ ਕੁਆਲੀਫਿਕੇਸ਼ਨ, ਤੁਹਾਡੀ ਐਲੀਜੀਬਿਲਿਟੀ, ਤੁਹਾਨੂੰ ਤੁਹਾਡਾ ਕੰਮ ਆਉਂਦਾ ਹੋਵੇ। ਤਾਂ ਉਹਦੇ ਲਈ ਮਿਹਨਤ ਔਰ ਤੁਹਾਡੇ ਸਕਿੱਲ ਔਰ ਕਰਾਫਟ ਦੀ ਨੌਲੇਜ ਔਰ ਉਹਦੀ ਪ੍ਰੈਕਟਿਸ ਬਹੁਤ ਜ਼ਰੂਰੀ ਆ। ਤੁਸੀਂ ਜਦੋਂ ਵੀ ਆਓ ਪੂਰੀ ਤਿਆਰੀ ਨਾਲ ਆਓ, ਪੂਰੀ ਮਿਹਨਤ ਨਾਲ ਆਓ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਬਿਲਕੁਲ। ਸਭ ਤੋਂ ਪਹਿਲਾਂ ਕਲੈਰਿਟੀ ਹੋਵੇ ਵੀ ਕਰਨਾ ਕੀ ਹੈ। ਜੀ ਜੀ ਜੀ। ਉਹਦੇ 'ਚ ਤੁਹਾਨੂੰ ਜਿੰਨਾ ਵੀ ਟਾਈਮ ਲੱਗਦਾ ਲਓ, ਫਿਗਰ ਆਊਟ ਕਰੋ, ਕਾਹਲੀ ਨਾ ਕਰੋ। ਬਿਲਕੁਲ। ਦੈਨ ਮੈਨੂੰ ਲੱਗਦਾ ਤੁਸੀਂ ਜਿਸ ਵੀ ਫੀਲਡ 'ਚ ਜਾਓਗੇ ਤੁਸੀਂ ਅੱਛਾ ਹੀ ਕਰੋਗੇ। ਇੱਕ ਬਹੁਤ ਜਨਰਲ ਕੁਐਸਚਨ ਆ ਅੱਜ ਕੱਲ੍ਹ, ਜਿੱਥੇ ਇਹ ਵੀ ਚੀਜ਼ ਆ ਕਿ ਹਾਂ ਕੁੜੀਆਂ ਅੱਗੇ ਵੱਧ ਗਈਆਂ, ਕੁੜੀਆਂ ਕੰਮ ਕਰ ਰਹੀਆਂ ਨੇ, ਕੁੜੀਆਂ ਇੰਡੀਪੈਂਡੈਂਟ ਹੋ ਰਹੀਆਂ ਨੇ ਫਾਈਨੈਂਸ਼ੀਅਲੀ ਵੀ, ਮੈਂਟਲੀ ਵੀ, ਹੈ ਨਾ। ਹਾਂਜੀ। ਅਤੇ ਉੱਥੇ ਕੁਛ ਕੁ ਤਬਕਾ ਇਹ ਵੀ ਆ ਜਿਹੜਾ ਇਹ ਕਹਿੰਦਾ ਆ ਕਿ ਕੁੜੀਆਂ ਦੇ ਘਰ ਤੋਂ ਬਾਹਰ ਨਿਕਲਣ ਦੇ ਨਾਲ, ਪੜ੍ਹਨ ਦੇ ਨਾਲ ਜਾਂ ਉਹਨਾਂ ਦੇ ਕੰਮ ਕਰਨ ਦੇ ਨਾਲ ਜਦੋਂ ਖੁਦ ਕਮਾਉਣ ਲੱਗੀਆਂ ਤਾਂ ਸੋਸਾਇਟੀ ਦਾ ਬੈਲੈਂਸ ਵਿਗੜ ਗਿਆ। ਤੁਸੀਂ ਇਸ ਚੀਜ਼ 'ਤੇ ਕੁਛ ਕਹਿਣਾ ਚਾਹੁੰਦੇ ਹੋ? ਮੈਨੂੰ ਲੱਗਦਾ ਕਿ ਮੈਨੂੰ ਨਹੀਂ ਲੱਗਦਾ ਕਿ ਬੈਲੈਂਸ ਵਿਗੜਿਆ। ਉਹ ਹੁੰਦਾ ਕਿ ਇੱਕ ਲੰਬੇ ਸਮੇਂ ਤੋਂ ਜਿਵੇਂ ਚੀਜ਼ਾਂ ਚੱਲਦੀਆਂ ਆਉਂਦੀਆਂ ਨੇ ਹੈ ਨਾ, ਕਿ ਜਿਹੜੀਆਂ ਕੁੜੀਆਂ ਨੇ ਇੱਕ ਤਾਂ ਉਸ ਤਰ੍ਹਾਂ ਦਾ ਹੀ ਜੇ ਪੜ੍ਹਨ ਲਿਖਣਗੀਆਂ ਤਾਂ ਸਿਰਫ ਇੱਕ ਖਾਸ ਤਰ੍ਹਾਂ ਦੇ ਪ੍ਰੋਫੈਸ਼ਨਸ ਹੀ ਚੂਜ਼ ਕਰਨਗੀਆਂ ਜਿਹੜੇ ਬਹੁਤ ਹੀ ਫੈਮਿਲੀ ਫਰੈਂਡਲੀ ਹੋਣਗੇ, ਫੈਮਿਲੀ ਨੂੰ ਪ੍ਰੈਫਰੈਂਸ ਦੇਣ ਵਾਲੇ ਹੋਣਗੇ, ਫੈਮਿਲੀ ਲਈ ਸੂਟੇਬਲ ਹੋਣਗੇ ਹੈ ਨਾ। ਤਾਂ ਉਹਨਾਂ ਨੇ ਇੱਕ ਲੰਬੇ ਸਮੇਂ ਤੋਂ ਜੇ ਪੜ੍ਹੀਆਂ ਵੀ ਤਾਂ ਉਹਨਾਂ ਨੇ ਉੱਦਾਂ ਦੇ ਪ੍ਰੋਫੈਸ਼ਨ ਚੂਜ਼ ਕੀਤੇ ਕਿ ਉਹਨਾਂ ਨੇ ਕੋਈ ਚੈਲੰਜਿੰਗ, ਕੋਈ ਰਾਤ ਦਾ ਕੰਮ ਕਰਨ ਵਾਲਾ ਜਾਂ ਜਿੱਦਾਂ ਆਪਾਂ ਕਹਿ ਦਈਏ ਫਿਲਮ ਲਾਈਨ ਆ ਜਾਂ ਉੱਦਾਂ ਦੇ ਕੋਈ ਵੀ ਫੀਲਡ ਨੂੰ ਬਹੁਤ ਘੱਟ ਚੂਜ਼ ਕਰਦੀਆਂ ਸੀ ਹੈ ਨਾ। ਤਾਂ ਹੁਣ ਕੀ ਹੈ ਕਿ ਕੁੜੀਆਂ ਬਹੁਤ ਅਵੇਅਰ ਹੋ ਗਈਆਂ, ਉਹਨਾਂ ਦਾ ਜਿੱਧਰ ਇੰਟਰਸਟ ਆ ਉਹ ਟਰਾਈ ਕਰ ਰਹੀਆਂ ਨੇ, ਤਾਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਉਹਨਾਂ ਨੂੰ ਡਿਸਟਰਬਿੰਗ ਲੱਗਦੀਆਂ ਕਿ ਮੇ ਬੀ ਦੇ ਆਰ ਡੂਇੰਗ ਰੋਂਗ ਹੈ ਨਾ। ਤਾਂ ਉਹ ਗਲਤ ਨਹੀਂ ਕਰ ਰਹੀਆਂ। ਮੈਨੂੰ ਲੱਗਦਾ ਕਿ ਸੁਸਾਇਟੀ ਹੌਲੀ ਹੌਲੀ ਇਹ ਚੀਜ਼ਾਂ ਸਮਝੂਗੀ ਕਿ ਇਹ ਵੀ ਹਰ ਤਰ੍ਹਾਂ ਦੀ ਚੁਆਇਸ ਕਰ ਸਕਦੀਆਂ, ਹਰ ਤਰ੍ਹਾਂ ਦਾ ਸੁਪਨਾ ਦੇਖ ਸਕਦੀਆਂ ਅਤੇ ਉਹ ਟਰਾਈ ਕਰ ਰਹੀਆਂ ਨੇ। ਤਾਂ ਥੋੜ੍ਹੀ ਜਿਹੀ ਡਿਸਟਰਬੈਂਸ ਹੈ ਮੈਨੂੰ ਲੱਗਦਾ ਇਸ ਕਰਕੇ, ਕਿਉਂਕਿ ਲੰਬੇ ਸਮੇਂ ਤੋਂ ਇੱਕ ਬੜਾ ਪੀਸਫੁਲ ਤਰੀਕੇ ਨਾਲ ਉਹ ਉਹੀ ਕਰਦੀਆਂ ਆ ਰਹੀਆਂ ਸੀ ਜੋ ਸੁਸਾਇਟੀ ਨੂੰ ਮਨਜ਼ੂਰ ਹੈ, ਜੋ ਉਹਨਾਂ ਦੀਆਂ ਫੈਮਲੀਜ਼ ਨੂੰ ਮਨਜ਼ੂਰ ਹੈ, ਜੋ ਉਹਨਾਂ ਦੇ ਇਨ-ਲॉज ਨੂੰ ਮਨਜ਼ੂਰ ਹੈ। ਹੁਣ ਉਹ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਆਪਣੇ ਸੁਪਨਿਆਂ ਲਈ ਵੀ ਕਰ ਰਹੀਆਂ ਨੇ, ਤਾਂ ਉਹ ਥੋੜ੍ਹੀ ਜਿਹੀ ਡਿਸਟਰਬੈਂਸ ਹੈ, ਉਹ ਮੈਨੂੰ ਲੱਗਦਾ ਕਿ ਸਮੇਂ ਨਾਲ ਉਹ ਠੀਕ ਹੋ ਜੂਗੀ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਕਲੀ ਜੋਟਾ ਦੇ ਲਈ ਬਹੁਤ ਸਾਰੀਆਂ ਮੁਬਾਰਕਾਂ ਹੋਣ। ਤੁਹਾਡਾ ਬਤੌਰ ਫਿਲਮ ਲੇਖਕ ਕਰੀਅਰ ਬਹੁਤ ਲੰਮਾ ਹੋਵੇ। ਅਕਸਰ ਅਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਫਿਲਮ ਲੇਖਕਾਂ ਨੂੰ ਫਿਲਮ ਨਿਰਦੇਸ਼ਕ ਬਣਦੇ ਦੇਖਿਆ ਤੇ ਤੁਹਾਡੇ ਹਿੱਸੇ ਵੀ ਇਹ ਸਫ਼ਰ ਆਵੇ ਜੇ ਤੁਸੀਂ ਚਾਹੁੰਦੇ ਹੋ। ਤਾਂ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਾਡੇ ਨਾਲ ਸਨ ਹਰਿੰਦਰ ਕੌਰ। ਇਹਨਾਂ ਦੀ ਲਿਖੀ ਹੋਈ ਫਿਲਮ ਕਲੀ ਜੋਟਾ ਅੱਜ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਆ। ਉਮੀਦ ਹੈ ਕਿ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਜ਼ਰੂਰ ਜਾਓਗੇ ਵੇਖਣ। ਫਿਲਹਾਲ ਦੇ ਲਈ ਮੈਨੂੰ ਗੁਰਦੀਪ ਨੂੰ ਦੇ ਦਿਓ ਇਜਾਜ਼ਤ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।